सतनाम श्री वाहिगुरु साहिब जीओ। आखण जोर चुपै नह जोर, जोर ना मंगण देण ना जोर, जोर ना जीवन मरण नह जोर, जोर ना राज माल मन सोर, जोर ना सुरती ज्ञान विचार, जोर ना जुगती छुटे संसार, जिस हाथ जोर कर विखे सोए, नानक उत्तम नीच ना कोय, जिस हाथ जोर कर विखे सोए, नानक उत्तम नीच ना कोय। वाहिगुरु जी का खालसा, वाहिगुरु जी की फतेह। जुगो जुग अटल। सर्व सांझी वालता दे पैगंबर, दीन अते दुनिया दे राखे, मनुखता दे सांझे रहबर, गुरता गद्दी ते विराजमान, हलत पलत के रखियक, धन 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 साहिब श्री गुरु ग्रंथ साहिब जी महाराज साहिबां दी अपार किरपा बख्शिश रहमत दा सदका आप सरबत माई भाई गुरसिख संगत गुरुद्वारा सिंह शहीदां सुहाना विखे अमृत वेले दे दीवाना अंदर गुरु गोदी अंदर बैठ के सतगुरां दी रहमत का आनंद माण रहे हो, वडभागे हो। बहुत ही प्यार सत्कार दे नाल आप जिन्हां ने रब्बी गुरबाणी दे कीर्तन सरवण कीते ने, उपरंत चल रही श्री गुरु ग्रंथ साहिब महाराज की लड़ीवार कथा, प्रथम बाणी श्री जपजी साहिब जी दी विचार आपां सारे रल मिल के गुरु गोदी अंदर बैठ के गुरमत की रोशनी विच साझा करन दा यतन कर रहे हैं। सौ जिन्ना समा मिले, इस मिले हुए समय नूं गुरु की बात पा के जिथे अपने जीवन नूं सफल करना है, उत्थे सतगुरु जो गुरमुख गाड़ी राह सानूं दस रहे ने, जो एक सचार होने का एम, सचार होने का मनोरथ, पूरे संसार नूं विश्व नूं धन श्री गुरु नानक देव पातशाह ने बख्शिश किया। उस सचार बनने वास्ते सानू हर रोज सतगुरु पातशाह एक एक करके इन्हां पावन पवित्र पौड़ियां दे राही साडी सुरत नूं उच्चा चुकण दा यतन कर रहे ने, ताकि असी सचार हो सकीए, परमात्मा तक पहुँच सकीए। साडी उस परमात्मा नाल एक मिकता हो जाए, धन गुरु नानक देव पातशाह ये चाहते ने। कल वाली पौड़ी विचार अधीन है, क्योंकि मैं कल भी बेनती की सी, ये जड़ियाँ पौड़ियाँ ने बहुत ज़्यादा साडा ध्यान मंगणगियां।
ਅੱਗੇ ਚੱਲ ਕੇ 5 ਖੰਡਾਂ ਦੀ ਗੱਲ ਵੀ ਆਉਣੀ ਹੈ। ਇੱਕ ਇੱਕ ਖੰਡ ਤੇ ਸਾਨੂੰ ਕਾਫੀ ਸਮਾਂ ਰੁਕਣਾ ਪਏਗਾ, ਕਿਉਂਕਿ ਮਸਲਾ ਸਚਿਆਰ ਹੋਣ ਦਾ ਹੈ, ਮਸਲਾ ਜੀਵਨ ਨੂੰ ਸਫਲ ਕਰਨ ਦਾ ਹੈ। ਔਰ ਜਿੰਨੀ ਗਹਿਰ ਗੰਭੀਰ ਬਾਤ ਹੁੰਦੀ ਹੈ, ਉਨਾ ਹੀ ਸਾਨੂੰ ਸੰਜੀਦਗੀ ਦੇ ਨਾਲ ਉਹਦੇ ਵਿੱਚ ਚੱਲਣਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਬਾਕੀ ਤਾਂ ਜੀਵਨ ਦੇ ਦਰਮਿਆਨ ਦੀ ਕਹਾਣੀ ਹੈ। ਜਨਮ ਤੋਂ ਲੈ ਕੇ ਮੌਤ ਤੱਕ, ਘੱਲੇ ਆਵੇ ਨਾਨਕਾ ਤੋਂ ਲੈ ਕੇ ਸੱਦੇ ਉੱਠੀ ਜਾਏ ਤੱਕ ਦਾ ਜਿਹੜਾ ਸਫ਼ਰ ਹੈ ਉਹ ਜੀਵਨ ਹੈ। ਔਰ ਇਸ ਜੀਵਨ ਦੇ ਨਾਲ ਇਹ ਸਾਰਾ ਕੁਝ ਜੁੜਿਆ ਹੋਇਆ, ਕਦੇ ਕੁਝ ਆਖਣਾ, ਕਦੇ ਚੁੱਪ ਕਰ ਜਾਣਾ, ਲੋੜ ਪਵੇ ਤਾਂ ਕੁਝ ਮੰਗ ਲਿਆ, ਕਦੇ ਸਮਾਂ ਆਇਆ ਲੋੜਵੰਦ ਨੂੰ ਕੁਝ ਦੇ ਦਿੱਤਾ। ਇਹ ਜਿੰਨੀ ਵੀ ਕਹਾਣੀ ਹੈ ਸਾਰੀ ਜੀਵਨ ਦੀ ਹੈ। ਰਾਜ ਮਾਲ ਇਕੱਠਾ ਕਰਨਾ, ਅਮੀਰ ਹੋਣਾ, ਕੁਝ ਵਿਚਾਰਨਾ, ਵਿਦਵਾਨ ਹੋਣਾ, ਗਿਆਨੀ ਹੋਣਾ, ਇਹ ਸਾਰੀ ਕਹਾਣੀ ਜਨਮ ਤੋਂ ਲੈ ਕੇ ਮਰਨ ਤੱਕ ਦੇ ਵਿਚਕਾਰਲੇ ਸਫ਼ਰ ਦੀ ਹੈ। ਜਿਹਦੇ ਕੋਲ ਜੰਮਣ ਮਰਨ ਨਹੀਂ, ਉਹਨੇ ਨਾ ਕੁਝ ਆਖਣਾ ਹੈ, ਨਾ ਉਹਨੇ ਚੁੱਪ ਹੋਣਾ ਹੈ, ਨਾ ਉਹਨੇ ਕੁਝ ਮੰਗਣਾ ਹੈ, ਨਾ ਉਹਨੇ ਕੁਝ ਦੇਣਾ ਹੈ, ਨਾ ਉਹਨੇ ਰਈਅਤ ਬਣਨਾ ਹੈ, ਰਾਜਾ ਬਣਨਾ ਹੈ, ਨਾ ਉਹਨੇ ਕੁਝ ਸੋਚਣਾ ਤੇ ਨਾ ਕੁਝ ਵਿਚਾਰਨਾ। ਸਾਰਾ ਕੁਝ ਜੰਮਣ ਮਰਨ ਦੇ ਘੇਰੇ ਵਿੱਚ ਹੈ। ਤੇ ਜੇ ਉਹੀ ਤੇਰੇ ਵਸ ਵਿੱਚ ਨਹੀਂ, ਜੇ ਉਹੀ ਤੇਰੀ ਮਰਜ਼ੀ 'ਚ ਨਹੀਂ, ਤੋ ਪਾਤਸ਼ਾਹ ਕਹਿੰਦੇ ਤੂੰ ਚੰਗਾ ਵੀ ਨਹੀਂ ਹੋ ਸਕਦਾ, ਤੂੰ ਮੰਦਾ ਵੀ ਨਹੀਂ ਹੋ ਸਕਦਾ। ਕਿਉਂਕਿ ਅਖੀਰ ਤੇ ਜਾ ਕੇ ਇੱਕ ਬਚਨ ਆਏਗਾ। ਇਹ ਦੋ ਸ਼ਬਦ ਹੁਣ ਆਮੋ ਸਾਹਮਣੇ ਨੇ, ਔਰ ਇਹਨਾਂ ਨੂੰ ਅਸੀਂ ਆਮੋ ਸਾਹਮਣੇ ਲੈ ਕੇ ਚੱਲਾਂਗੇ। ਇੱਥੇ ਸਤਿਗੁਰੂ ਕਹਿ ਰਹੇ ਆ, ਜਿਹੜੀ ਪੌੜੀ ਦਾ ਪਾਠ ਤੁਸੀਂ ਸਰਵਣ ਕੀਤਾ ਹੈ, ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਕਈ ਕਹਿੰਦੇ ਨੇ ਕੋਈ ਚੰਗਾ ਨਹੀਂ, ਕੋਈ ਮੰਦਾ ਨਹੀਂ, ਸਭ ਕੁਝ ਉਹਦੀ ਮਰਜ਼ੀ ਵਿੱਚ ਹੋ ਰਿਹਾ ਹੈ, ਬੰਦਾ ਆਪਣੇ ਆਪ ਕੁਝ ਨਹੀਂ ਕਰ ਰਿਹਾ। ਸ਼ਾਇਦ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਜੇ ਸਾਰਾ ਕੁਝ ਰੱਬ ਦੇ ਹੁਕਮ ਵਿੱਚ ਹੈ, ਫਿਰ ਬੰਦਾ ਦੋਸ਼ੀ ਕਿਉਂ ਹੋ ਜਾਂਦਾ ਹੈ? ਜੇ ਬੰਦੇ ਸਿਰ ਵੀ ਦੋਸ਼ ਲੱਗਣਾ, ਫਿਰ ਰੱਬ ਕੀ ਕਰਦਾ ਹੈ? ਜਿਵੇਂ ਇਨਸਾਨ ਨੂੰ ਡਾਕਟਰ ਬਣਨ ਲਈ, ਵਕੀਲ ਬਣਨ ਲਈ, ਜੱਜ ਬਣਨ ਲਈ, ਆਫਿਸਰ ਬਣਨ ਲਈ, ਇੰਜੀਨੀਅਰ ਬਣਨ ਲਈ ਯੂਨੀਵਰਸਿਟੀਆਂ ਨੇ, ਕਾਲਜ ਨੇ, ਉਹਨਾਂ ਕਾਲਜਾਂ ਦੇ ਵਿੱਚ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਗਿਆਨ ਦਿੱਤਾ ਜਾਂਦਾ ਹੈ। ਜਿਹੜੀ ਵੀ ਪੜ੍ਹਾਈ ਨੂੰ ਅਸੀਂ ਕਰਨਾ ਚਾਹੁੰਦੇ ਹਾਂ, ਜਿਸ ਮੁਕਾਮ ਤੇ ਜਾਣਾ ਚਾਹੁੰਦੇ ਹਾਂ, ਉਹਦਾ ਗਿਆਨ ਦਿੱਤਾ ਜਾਂਦਾ, ਉਹਦਾ ਨਫਾ ਨੁਕਸਾਨ, ਉਹਦਾ ਕਾਇਦਾ ਕਾਨੂੰਨ, ਉਹਦਾ ਚੰਗਾ ਮਾੜਾ ਪੱਖ ਦੋਵੇਂ ਦੱਸੇ ਜਾਂਦੇ ਆ। ਹੁਣ ਕੋਈ IAS ਆਫਿਸਰ ਬਣ ਕੇ ਕਵੇ ਕਿ ਮੈਂ ਤਾਂ ਜਿਹਨੂੰ ਮਰਜ਼ੀ ਕਤਲ ਕਰ ਦੇਵਾਂ, ਜਿਹਨੂੰ ਮਰਜ਼ੀ ਮੈਂ ਕਤਲ ਕਰਨ ਲਈ ਸੋਚ ਲਵਾਂ, ਮੇਰੇ ਤੇ ਕਿਹੜਾ ਕੋਈ ਕਾਰਵਾਈ ਹੋਣੀ ਹੈ? ਜਦੋਂ ਉਹਨੂੰ ਸਾਰਾ ਸੰਵਿਧਾਨ ਪੜ੍ਹਾਇਆ, ਸਾਰਾ ਲਾਅ ਪੜ੍ਹਾਇਆ ਕਿ ਕਿਸੇ ਨੂੰ ਮਾਰਨ ਦੀ ਸਜ਼ਾ 302 ਹੈ, ਇਹ ਪੜ੍ਹਨ ਤੋਂ ਬਾਅਦ ਵੀ ਜੇ ਕੋਈ ਕੰਮ ਕਰੇ, ਫਿਰ ਇੱਥੇ ਰੱਬ ਦਾ ਦੋਸ਼ ਨਹੀਂ, ਕਿਉਂਕਿ ਗਿਆਨ ਦੇ ਚੁੱਕੇ ਆ ਪਹਿਲਾਂ ਉਹਨੂੰ ਦੇਣ ਵਾਲੇ। ਕਿਸਾਨ ਨੇ ਫਸਲ ਬੀਜਣੀ ਹੋਵੇ, ਉਹ ਯੂਨੀਵਰਸਿਟੀਆਂ ਜਾ ਕੇ ਖੇਤੀ ਮਾਹਿਰਾਂ ਨੂੰ ਪੁੱਛਦਾ, ਡਾਕਟਰਾਂ ਨੂੰ ਪੁੱਛਦਾ, ਕਿਹੜੀ ਰੁੱਤ ਵਿੱਚ ਕਿਹੜਾ ਬੀਜ ਬੀਜਾਂ, ਕਿਹੋ ਜਿਹਾ ਬੀਜ ਬੀਜਾਂ, ਕਿਹੜੀ ਕੰਪਨੀ ਦਾ ਬੀਜਾਂ, ਬੜੇ ਤਰ੍ਹਾਂ ਦੇ ਬੀਜ ਆ ਰਹੇ ਆ, ਕਿਹੜੀ ਖਾਦ ਰੇ ਸਪਰੇ ਪਾਵਾਂ, ਕਿੰਨੇ ਵਾਰ ਪਾਣੀ ਲਾਉਣਾ ਹੈ।
और ये सारियां गल्लां वो खेती माहर जिहड़े डॉक्टर ने प्रोफैसर ने वो समझा देंदे आ। समझण तो बाद भी इंसान कहे कि इन्हां दे कहण नूं की आ, मैं जदों मर्जी जो मर्जी बीजा अपने खेत दी विच तां हो ही जाना है। पर जे नहीं कुछ उत्थे पैदा हो रहा फिर उहदे विच रब दा दोष नहीं है, क्योंकि तैनूं समझाया गया पहलां। सत्संग साडा स्कूल है, सत्संग साडा मदरसा है, सत्संग साडी चटसाल है, सत्संग साडा कॉलेज है, सत्संग यूनीवर्सिटी है। इत्थे धन श्री गुरु ग्रंथ साहब पातशाह टीचर ने साडे जीवन विच की चंगा माड़ा हर रोज़ सानूं समझाउंदे आ कि भाई जे आ काम करेगा आ फायदा होएगा, जे आ काम करेगा नुकसान होएगा, ये काम करेगा रब नाल मिलाप है, ये काम करेगा नरकां दा भागी बनना पेगा। सारियां गल्लां गुरु समझा रहा। सुनने तो बाद भी जदों इंसान फिर उस रस्ते ते जा रहा, फिर इत्थे रब जां गुरु दा कोई दोष नहीं है। इत्थे फिर इंसान दद्दा दोष ना देऊ कि सह दोष कर्मा अपने जो मैं किया सो मैं पाया, दोष ना दीजै अवर जना। जदों समझण तो बाद कोई इंसान गलती करता है उदों फिर उन्होंने कानून भी छेती माफ़ नहीं करता, क्योंकि तेनों पता सी नाबालग नूं किते ना किते राहत रिलीफ मिल जाती है, क्योंकि उन्होंने हले पता नहीं। जिन्हों पता होवे, पता होने तो बाद कोई गलती करे, ईवन कि उन्होंने ज़्यादा सज़ा मिलती है। धर्म की दुनिया में भी इवें हुण जिन्हों पता कि सिमरन करके मैडिटेशन करके ध्यान ला के रब तक पहुँचा जाना है, ये तरह पत पवड़ियाँ पति परमेश्वर दियाँ पौड़ियाँ मैं चढ़ चढ़ के जिमें गुरु साहब दस रहे आ उवें चढ़ चढ़ के उस परमात्मा तक पहुँच सकदा, पर वो चढ़े ना। पता होने तो बाद भी ध्यान ना लावे, मैडिटेशन ना करे, सिमरन ना करे, और पता इनू उहदा फायदा की है। जे फिर भी नहीं करता वो दूसरे नालों ज़्यादा बड़ा दोषी है, उन्होंने ज़्यादा सज़ा मिलती है कि तेनों पता सी तू फिर भी नहीं किया। खैर सतगुरु पातशाह दूसरे पासे क्या, एक पासे कह रहा नानक उत्तम नीच ना कोई इंसान कह रहा कि इत्थे कोई मंदा चंगा नहीं, सब कुछ उस रब दे हथ विच है। दूसरे पासे महाराज ने कह दिता उत्तम सेदर उत्तम कही है, जे है ही कोई नहीं फिर पड़चोल किहदी करनी है। जे चंगा मंदा है ही नहीं फिर इत्थे आपां भी काहदे लई कथा करनी है। जे चंगा मंदा ही नहीं फिर अदालतां दी की लोड़ है। जे चंगा मंदा ही नहीं फिर संसार विच ठाणे क्यों बनिया, कोतवालियां क्यों बनिया, पुलिस चौंकियां क्यों बनिया, इन्ने वड्डे 90,000 के करीब पंजाब कोले पुलिस है, इहदी की लोड़ है जे चंगा मंदा है ही कोई नहीं। किन्ने कोर्ट बने हुए ने, एक एक कोर्ट दे विच किन्ने किन्ने जज बैठे आ। फिर ये सारियां चीज़ां की लोड़ क्यों पई? ये होंद विच उदों ही आया जदों चंगा मंदा पैदा होया। जिस धरती ते चंगा मंदा ना होवे उत्थे इन्हां चीज़ां की लोड़ भी कोई नहीं रहिंदी। ये सारियां चंगा मंदा कित्थे नहीं है, जिथे पातशाह कह रहा बेगमपुरा शहर को ना, उस बेगमपुरे दे विच कोई चंगा मंदा नहीं है। उत्थे पहुँचदा ही वो है जिहड़ा चंगे मंदे तो बाहर हो गया, परमात्मा वर्गा हो गया। ते रब दे निज़ाम विच भी इन्हां चीज़ां की लोड़ पै गई, क्योंकि चंगे मंदे की गल बड़ी गंभीर हो गई। उत्थे भी महाराज ने कह दिता लिखनावै धर्म बहालिया, उत्थे भी लेखा जोखा हो रहा। धर्म राय दर कागद फारे, धर्म राय जब लेखा मांगे तो क्या मुख लैके जाएगा। उहदी पिक्चर इदां दी सुनाउण वेले दसी जाती है कि उत्थे भी कचहरी है, दरगाह दे विच दीवान सजिया होया है, तो उत्थे धर्मराज एक तख्त ते बैठा है। जदों इंसान जाता फिर वो सारे चंगे माड़े कर्मां दा लेखा हुंदा है। गल्लां समझण समझाउण लई ने। सतगुरां ने यह भी कह दिता इत्थे दा अदालतां च पैसा भी चल जाता है, सिफारिश भी चल जाती है, उत्थे सच्चो ही सच निबड़ा। सिफारिश उत्थे भी चलती है पर लैके किहदी जाओगे।
ਹੁਣ ਉੱਥੇ ਸਿਫਾਰਿਸ਼ ਕੋਈ ਬੰਦਾ ਇੱਥੋਂ ਦੇ ਮੰਤਰੀ ਦੀ ਤਾਂ ਕਿਸੇ ਲੱਗਣੋਂ ਰਹੀ, ਇੱਥੋਂ ਦੇ CM PM ਦੀ ਤਾਂ ਸਿਫਾਰਿਸ਼ ਲੱਗਣੋਂ ਰਹੀ। ਹਾਂ, ਉੱਥੇ ਸਿਫਾਰਿਸ਼ ਚੱਲਦੀ ਆ, ਪਰ ਜੇ ਤੁਹਾਡੇ ਕੋਲੇ ਧੰਨ ਗੁਰੂ ਨਾਨਕ ਸਾਹਿਬ ਦੀ ਸਿਫਾਰਿਸ਼ ਹੋਵੇ, ਉਹ ਦਰਗਾਹ ਕਾ ਬਸੀਠ ਸਿਫਾਰਿਸ਼ ਗੁਰੂ ਨਾਨਕ ਸਾਹਿਬ ਦੀ ਚੱਲਦੀ ਆ, ਉੱਥੇ ਵੱਡੇ ਵੱਡੇ ਮਹਾਂਪੁਰਸ਼ਾਂ ਦੀ ਚੱਲਦੀ ਆ ਉੱਥੇ, ਪਰ ਉੱਥੋਂ ਤੱਕ ਪਹੁੰਚ ਤਾਂ ਬਣਾਉਣੀ ਪਏਗੀ ਨਾ, ਤਾਂ ਹੀ ਕਹਿ ਸਕੋਗੇ। ਤੁਹਾਰੇ ਕਹਿੰਦੇ ਆ ਅਦਾਲਤ ਉੱਥੇ ਵੀ ਬਣੀ ਹੈ, ਅਦਾਲਤ ਇਸ ਗੱਲ ਦਾ ਅਹਿਸਾਸ ਹੈ ਕੋਈ ਇੱਥੇ ਚੰਗਾ ਵੀ ਹੈ, ਇੱਥੇ ਮੰਦਾ ਵੀ ਹੈ, ਤਾਂ ਹੀ ਮਹਾਰਾਜ ਨੂੰ ਕਹਿਣਾ ਪਿਆ ਨਾਨਕ ਉੱਤਮ ਨੀਚ ਨਾ ਕੋਈ। ਕਦੋਂ ਨਹੀਂ ਹੈ, ਇਹ ਸਾਰੀ ਆਪਾਂ ਅੱਗੇ ਜਾ ਕੇ ਵਿਚਾਰ ਕਰਾਂਗੇ, ਲੇਕਿਨ ਹੈ ਉੱਤਮ ਤੇ ਨੀਚ ਕਦੋਂ ਬਣਦਾ ਹੈ। ਇਸ ਲਈ ਪਾਤਸ਼ਾਹ ਨੇ ਕਹਿ ਦਿੱਤਾ ਉੱਥੇ ਸੱਚੋ ਹੀ ਸੱਚ ਨੇ ਬੜੇ ਵੱਖ-ਵੱਖ ਕਰ ਦਿੱਤੇ। ਉੱਤਮ ਸੇ ਦਰ ਉੱਤਮ ਕਈਆ ਨੀਚ ਕਰਮ ਬਹਿਰੋਏ, ਇਹ ਵੱਖ-ਵੱਖ ਕੀਤੇ ਗਏ। ਇਹਦਾ ਮਤਲਬ ਉੱਤਮ ਤੇ ਨੀਚ ਕੋਈ ਹੈ, ਉਹਨਾਂ ਪੜਚੋਲਣ ਲਈ, ਇਹਦਾ ਨਿਰਣਾ ਕਰਨ ਵਾਸਤੇ, ਇਹਦਾ ਵਿਸ਼ਲੇਸ਼ਣ ਕਰਨ ਵਾਸਤੇ ਅਦਾਲਤ ਕਾਇਮ ਹੋਈ। ਕਹਿ ਰਹੇ ਨੇ ਉੱਤਮ ਨੀਚ ਨਾ ਕੋਈ। ਉੱਤਮ ਉੱਥੇ ਉੱਤਮ ਨੂੰ ਸਤਿਕਾਰ ਮਿਲੇਗਾ। ਜਿਨ੍ਹਾਂ ਨੇ ਨੀਚ ਕੰਮ ਕੀਤੇ ਹੋਣਗੇ ਉਹ ਸਾਈਡ ਤੇ ਬੈਠ ਕੇ ਰੋਣਗੇ ਤੇ ਪਛਤਾਉਣਗੇ ਕਿ ਅਸੀਂ ਮਾੜੇ ਕੰਮ ਕਿਉਂ ਕੀਤੇ। शायद इसे करके कबीर साहब कह रहे लूटना है तो लूट ले, राम नाम है लूट, फिर पाछे पछताओगे जब प्राण जाएंगे छूट। चार पाव दो सिंह गुंग मुख तब कैसे गुन गई है, उठत बैठत ठेंगा पर है तब का तो मुड़ लगाई है। फिर की करेगा। इदां दे हालात जदों बण, अज रसना भी है, आवाज़ भी है, शब्द भी है, कान भी ने, अखां सारा कुछ है, और तेनों गुरु घर आउण जाण लई किसी सहारे की भी लोड़ नहीं है। आप तेरे नैन प्राण सब कुछ तंदुरुस्ती है। जे हुण भी ये वेला हथों लंघ गया, कबीर साहब कहते फिर बलद की जूनी च पैना पै सकदा। जदों उस जूनी च पै गया फिर की होएगा। बलदां नाल वेखी दिया ना सी की हुंदा है, वो फिर होएगा जे नाम नहीं जपिया होएगा। तो सतगुरु पातशाह कहते हैं फिर वो इंसान पछताउंदा है। हुण आपां इस गल नूं आमो सामने रख के विचार करनी है। एक पासे गुरु नानक साहब कह रहे नानक उत्तम नीच ना कोई, एक पासे पातशाह कह रहे उत्तम से दर उत्तम कईया नीच कर्म बहरोए। दो गल्लां आमो सामने आ। पिछली गल नूं एक बार फिर ध्यान विच रखना, क्योंकि कड़ी नाल कड़ी जुड़ रही है। जपजी साहब दीआं पौड़ियां विच ये विलक्षणता और खासियत है, एक पौड़ी अगली पौड़ी ते पैर रखा के फिर पिछे हटती है। पौड़ी का मतलब ही ये हुंदा भी ये थोड़ा भी एक स्टैप पहले ही पिछे हट जाए, दूसरे ते पैर रखनी ना दवे, फिर तो बंदा चढ़ ही नहीं सकेगा। ये पौड़ियां, इनू महाराज ने पौड़ियां कहा, असी भी पौड़ियां ही कहने, 5 पौड़ियां 10 पौड़ियां इन्नियां पौड़ियां। तो महाराज ने ये भी जिक्र कर दिता, एत राह पत पवड़िया चढ़िया हुए अकीस। असी उस परमात्मा के घर दियां रब के रस्ते दियां ਜਿਹੜੀਆਂ ने, ਜਿਹੜਾ रब के घर नूं रस्ता जा रहा है वो पौड़ियां वाला रस्ता है, प्लेन नहीं, प्लेन रस्ता नहीं। इत्थे पौड़ियां ने, इत्थे हर कदम पहले कदम नालों उच्चा हुंदा है। पौड़ी हुंदी वो है जिहड़ी कदम दर कदम उच्चा लेके जावे। हुण जे उत्थे ही तुसीं एक स्टैप ते ही खड़े रहोगे तो फिर चढ़ ही नहीं सकते। पहले नालों उच्चा उठना चाहिए हर कदम, वो उस नूं पौड़ी कहा जाता। जे नहीं उच्चा उठेगा फिर पौड़ियां नहीं मनिया जाणगियां। ये पौड़ियां ने, बल्कि इनू घाटी भी कहा जाता। घाटी वो होंदी है जिहड़ी उचाई वाल नूं जावे। इसे करके बाबा कबीर साहब नूं कहना पिया, कबीर जिहे मार्ग पंडित गए पाछे परी बहीर, एक अवघट घाटी राम की ते चढ़ रहे हो कबीर। उस रास्ते ते भीड़ इस करके सी क्योंकि रास्ता प्लेन है, साफ रास्ते ते लोग तुर पैंदे आ, हर किसी नूं सौखा लगता, ईजी वे लगता, तां उस प्लेन रास्ते ते हर कोई तुरदा है। पर जेड़े रास्ते ते मैं चढ़िया एक घाटी है, ये पौड़ियां दा रास्ता, इत्थे कोई चढ़दा है। जे रब वल वधना है, एक घाटी ते चढ़ना है ना, तो फिर तेनों पौड़ियां चढ़नियां पैणगियां। ये राह पत पवड़ी है और ध्यान नाल चढ़नियां पैणगियां। चढ़िया हुए अकीस, पौड़ी चढ़द्या ध्यान इधर उधर होएगा, डिग सकता है। तो मैं अगे भी बेनती की सी, पौड़ियां दे विचों जिथों भी तुसीं डिगे फिर पहले डंडे तो फिर चढ़ना पैना। ये सफर उथों नहीं शुरू होना। वो घाटी ते चढ़द्या जिहड़ी मेरी जिंदगी दे 2 बैल सन ना,
ਉਹਦੇ ਚੋਂ ਵੀ ਇੱਕ ਬੈਲ ਥੱਕ ਗਿਆ, ਕਿਉਂਕਿ ਘਾਟੀ ਤੇ ਚੜ੍ਹਨ ਲਈ ਥਕੇਵਾਂ ਵੀ ਹੁੰਦਾ, ਜ਼ੋਰ ਵੀ ਲੱਗਦਾ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੋ ਗੋਨ ਛਿਟਕਾਈ। ਇੱਕ ਅਵਕਟ ਘਾਟੀ ਰਾਮ ਕੀਤੇ ਚੜ ਰਹੋ ਕਬੀਰ, ਇਹ ਤਰ੍ਹਾਂ ਪਤ ਪਵੜੀਆ। ਰੱਬ ਦੇ ਘਰ ਦਾ ਰਸਤਾ ਪਲੇਨ ਨਹੀਂ ਹੈ, ਪੌੜੀਆਂ ਵਾਲਾ। ਉਹਦੇ 'ਚ ਇਹ ਵੀ ਨਹੀਂ ਕਿਹਾ ਕਿ ਜਿਵੇਂ ਤੂੰ 10 ਸਾਲ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਅੱਜ ਵੀ ਉਸੇ ਤਰ੍ਹਾਂ ਹੀ ਕਰ ਰਿਹਾ, ਇਹ ਤਾਂ ਪਲੇਨ ਰਸਤਾ ਹੋ ਗਿਆ ਨਾ, ਇਹ ਪੌੜੀਆਂ ਨਹੀਂ। ਅੱਜ ਵੀ ਸਾਧ ਸੰਗਤ ਵਿੱਚ ਬੈਠਾ 2 ਸਾਲ 3 ਸਾਲ ਪਹਿਲਾਂ ਵੀ ਆਉਂਦਾ ਸੀ, ਪਰ ਜੀਵਨ ਉੱਥੇ ਹੀ ਖੜਾ ਹੈ, ਇਹ ਫਿਰ ਰਸਤਾ ਪਲੇਨ ਹੋਇਆ ਨਾ। ਪੌੜੀ ਤਾਂ ਕਹਿੰਦੀ ਆ ਕਿ ਸਟੈਪ ਬਾਈ ਸਟੈਪ ਉੱਚਾ ਲੈ ਕੇ ਚੱਲ। ਪੌੜੀ ਦਾ ਕੰਮ ਹੀ ਇਹ ਹੁੰਦਾ, ਹਰ ਸਟੈਪ ਪਹਿਲੇ ਸਟੈਪ ਨਾਲੋਂ ਉੱਚਾ ਹੈ। ਜੇ 2 ਸਾਲ ਪਹਿਲਾਂ ਸਤਸੰਗ ਵਿੱਚ ਵੀ ਆ ਰਿਹਾ, ਸ਼ਰਾਬ ਵੀ ਪੀ ਰਿਹਾ, ਅੱਜ ਵੀ ਸੰਗਤ 'ਚ ਆ ਰਿਹਾ, ਅੱਜ ਵੀ ਸ਼ਰਾਬ ਪੀ ਰਿਹਾ, ਵੀਰੇ ਦਾ ਮਤਲਬ ਪੌੜੀ ਤੇ ਚੜ੍ਹਿਆ ਹੀ ਨਹੀਂ। ਇਹੀ ਕਹਾਂਗੇ ਨਾ। ਮਸਕੀਨ ਸਾਹਿਬ ਨਾਲ ਕਥਾ 'ਚ ਬੋਲ ਰਹੇ ਸੀ ਕਿ ਭਾਈ ਸਤਸੰਗ ਵਿੱਚ ਆਇਆ ਕਰੋ, ਇੱਥੇ ਆ ਕੇ ਜੀਵਨ ਬਦਲਦਾ, ਇੱਥੇ ਆ ਕੇ ਵਿਚਾਰ ਬਦਲਦੇ ਆ, ਇੱਥੇ ਆ ਕੇ ਖਿਆਲ ਬਦਲਦੇ ਆ, ਇੱਥੇ ਆ ਕੇ ਗੁਰੂ ਨਾਲ ਪਰਮਾਤਮਾ ਨਾਲ ਸਨੇਹ ਵੱਧਦਾ ਹੈ। ਇੱਕ ਛੋਟਾ ਜਿਹਾ ਬੱਚਾ ਮਸਕੀਨ ਸਾਹਿਬ ਕਹਿੰਦੇ ਬਾਅਦ ਵਿੱਚ ਮੇਰੇ ਕੋਲ ਆਇਆ, ਉਹਨੇ ਕਿਹਾ ਜੀ ਸੰਗਤ ਵਿੱਚ ਆ ਕੇ ਕੀ ਫਾਇਦਾ ਹੁੰਦਾ ਹੈ? ਉਹ ਕਹਿੰਦੇ ਜੀਵਨ ਪਹਿਲਾਂ ਨਾਲੋਂ ਬਦਲ ਜਾਂਦਾ ਹੈ, ਜੀਵਨ ਚੰਗਾ ਬਣ ਜਾਂਦਾ ਹੈ। ਜੇ ਨਸ਼ਿਆਂ ਵਿੱਚ ਹੈ ਤਾਂ ਨਸ਼ਿਆਂ 'ਚੋਂ ਬੰਦਾ ਨਿਕਲ ਜਾਂਦਾ ਹੈ। ਜੇ ਮਨਮਤ ਦੇ ਰਾਹ ਤੇ ਚੱਲਿਆ, ਮਨਮਤ ਛੱਡ ਕੇ ਗੁਰਮਤ ਅਪਣਾ ਲੈਂਦਾ ਹੈ। ਜੇ ਉਹ ਸਹਿਜਧਾਰੀ ਆ, ਅੰਮ੍ਰਿਤਧਾਰੀ ਬਣ ਜਾਂਦਾ ਹੈ। ਸਤਸੰਗ ਵਿੱਚ ਆਉਣ ਨਾਲ ਪਰਮਾਤਮਾ ਦੇ ਘਰ ਦੀ ਸੋਝੀ ਆਉਂਦੀ ਹੈ, ਪਰਮਾਤਮਾ ਨਾਲ ਪ੍ਰੇਮ ਵੱਧਦਾ ਹੈ। ਇਨਸਾਨ ਉਹ ਰੱਬ ਦੇ ਘਰ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦਿੰਦਾ ਹੈ। ਉਸ ਛੋਟੇ ਜਿਹੇ ਬੱਚੇ ਨੇ ਮਸਕੀਨ ਸਾਹਿਬ ਕਹਿੰਦੇ ਮੈਨੂੰ ਕਿਹਾ ਨਹੀਂ ਤੁਸੀਂ ਝੂਠ ਬੋਲ ਰਹੇ ਹੋ, ਐਵੇਂ ਨਹੀਂ ਹੋ ਸਕਦਾ। ਕਹਿੰਦੇ ਕਿਉਂ ਨਹੀਂ ਹੋ ਸਕਦਾ? ਗੁਰੂ ਸਾਹਿਬ ਕਹਿ ਰਹੇ ਆ, ਅਸੀਂ ਕਥਾ ਵਿਚਾਰੋ ਸੁਣਾਉਂਦੇ ਆ। ਉਹ ਕਹਿੰਦਾ ਮੇਰਾ ਦਾਦੇ ਨੂੰ 20 ਸਾਲ ਹੋ ਗਏ ਗੁਰੂ ਘਰ ਆਉਂਦਿਆਂ, 20 ਸਾਲ ਪਹਿਲਾਂ ਵੀ ਸ਼ਰਾਬ ਪੀਂਦਾ ਸੀ, ਅੱਜ ਵੀ ਪੀ ਰਿਹਾ। ਬਿਨਾਂ ਨਾਗੇ ਤੋਂ ਗੁਰੂ ਘਰ ਵੀ ਆਉਂਦਾ, ਬਿਨਾਂ ਨਾਗੇ ਤੋਂ ਸ਼ਰਾਬ ਵੀ ਪੀਂਦਾ, ਬਦਲਿਆ ਤਾਂ ਕੁਛ ਹੈ ਨਹੀਂ। ਮਸਕੀਨ ਸਾਹਿਬ ਕਹਿੰਦੇ ਕੁਛ ਮਿੰਟਾਂ ਲਈ ਮੈਨੂੰ ਉਸ ਬੱਚੇ ਨੇ ਨਿਰਉੱਤਰ ਕਰ ਦਿੱਤਾ, ਔਰ ਅਗਲੇ ਦਿਨ ਮੈਨੂੰ ਕਥਾ 'ਚ ਕਹਿਣਾ ਪਿਆ ਸੀ ਉਹਨਾਂ ਬਜ਼ੁਰਗਾਂ ਨੂੰ ਕਿ ਭਾਈ ਜਾਂ ਹੁਣ ਮਾੜੇ ਕੰਮ ਛੱਡ ਦਿਓ ਜਾਂ ਫਿਰ ਗੁਰੂ ਘਰ ਵੀ ਆਉਣਾ ਛੱਡ ਦਿਓ। ਤੁਹਾਨੂੰ ਵੇਖ ਕੇ ਬੱਚਿਆਂ ਤੇ ਗਲਤ ਪ੍ਰਭਾਵ ਪੈ ਰਿਹਾ, ਤੁਸੀਂ ਰੋਜ਼ ਸੰਗਤ ਵਿੱਚ ਵੀ ਆਵੋ ਤੇ ਜੀਵਨ ਬਦਲੋ ਹੀ ਨਾ, ਕੀ ਮੈਸੇਜ ਦਿਓਗੇ? ਜੇ ਉਹ ਜੀ ਸੰਗਤ ਵਿੱਚ ਬੈਠਾ ਰੰਗ ਲਾਗਤ 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 ਹੈ, ਉਹ ਜਿਹਾ ਰੰਗ ਤਾਂ ਚੜੇ ਨਾ, ਉਹਨਾਂ ਵਰਗਾ ਲੱਗਣ ਤਾਂ ਲੱਗੇ। ਜੇ ਸੰਗਤ ਵਿੱਚ ਆ ਰਿਹਾ, ਜਪਜੀ ਸਾਹਿਬ ਵੀ ਪੜ੍ਹ ਰਿਹਾ, ਜੀਵਨ ਉੱਥੇ ਹੀ ਖੜਾ, ਫਿਰ ਇਹ ਨਾ ਤੂੰ ਕਹੀਂ ਮੈਂ ਪੌੜੀਆਂ ਚੜ੍ਹ ਰਿਹਾ, ਤੂੰ ਉੱਥੇ ਹੀ ਖੜਾ ਹੈ, ਪਲੇਨ ਰਸਤੇ ਤੇ ਚੱਲਿਆ ਹੋਇਆ। ਕਿਉਂਕਿ ਜਪਜੀ ਸਾਹਿਬ ਪੜ੍ਹਨ ਵਾਲੇ ਦੀ ਸੁਰਤ ਉੱਚੀ ਹੁੰਦੀ ਹੈ। ਜਿਵੇਂ ਜਿਵੇਂ ਉਹ ਜਪਜੀ ਦੀਆਂ ਪੌੜੀਆਂ ਪੜ੍ਹਦਾ ਜਾਂਦਾ ਹੈ, ਉਵੇਂ ਉਵੇਂ ਉਹਦੀ ਸੁਰਤ ਵੀ ਉਹ ਪੌੜੀਆਂ ਚੜ੍ਹਦੀ ਜਾਂਦੀ ਆ। ਤਾਂ ਸਤਿਗੁਰੂ ਕਹਿੰਦੇ ਨੇ ਹਰ ਕਦਮ ਪਹਿਲੇ ਕਦਮ ਨਾਲੋਂ ਉੱਚਾ ਹੋਣਾ ਚਾਹੀਦਾ, ਕਿਉਂਕਿ ਪੌੜੀਆਂ ਨੇ। ਪਰ ਤੂੰ ਤਾਂ ਇਹਨੂੰ ਕੱਲਾ ਉਹੀ ਰਸਤਾ ਬਣਾ ਲਿਆ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਪਾਛੈ ਪਰੀ ਬਹੀਰ। ਇੱਥੇ ਤਾਂ ਹੀ ਭੀੜ ਇੰਨੀ ਹੋ ਗਈ। ਜੇ ਜੀਵਨ ਨਾ ਬਦਲਿਆ, ਜਰਾ ਆਪ ਹੀ ਸੋਚ ਕੇ ਹੁਣ ਸਾਡਾ ਬੱਚਾ 10 ਸਾਲ ਇੱਕੋ ਹੀ ਕਲਾਸ 'ਚ ਬੈਠਾ ਰਵੇ, ਕਿਵੇਂ ਫੀਸ ਦਓਗੇ? ਹਰ ਸਾਲ ਜਦੋਂ ਪੁੱਛਣ ਜਾਓ ਵੀ ਬੱਚਾ ਕਿਹੜੀ ਕਲਾਸ 'ਚ, ਉਹ ਕਹਿਣਗੇ ਜੀ ਪਹਿਲੀ 'ਚ। ਹਾਲੇ ਤਾਂ 10 ਸਾਲਾਂ ਬਾਅਦ ਵੀ ਪਹਿਲੀ 'ਚ ਆ, ਫਿਰ ਉਹ ਇੰਨਾ ਖਰਚਾ ਕਰੇ ਦਾ ਫਾਇਦਾ ਕੀ ਹੋਇਆ? ਰੋਜ਼ ਸਕੂਲ ਵੀ ਜਾ ਰਿਹਾ ਤੇ ਖੜਾ ਉਸੇ ਕਲਾਸ ਵਿੱਚ ਹੀ ਆ। ਫਿਰ ਸੋਚਣ ਲਈ ਬੰਦਾ ਮਜਬੂਰ ਤਾਂ ਹੋਏਗਾ ਨਾ ਵੀ ਕਹਾਣੀ ਕੀ ਹੈ। ਧਰਮ ਦੀ ਦੁਨੀਆ ਵਿੱਚ ਵੀ ਇਹੀ ਹੋ ਰਿਹਾ, ਧਰਮ ਵੀ ਕਮਾ ਰਿਹਾ, ਹਰ ਸਾਲ ਯਾਤਰਾ ਵੀ ਕਰ ਰਿਹਾ, ਹਰ ਸਾਲ ਚੰਗੇ ਕੰਮ ਵੀ ਕਰ ਰਿਹਾ, ਪੁੰਨਦਾਨ ਵੀ ਕਰ ਰਿਹਾ, ਜੀਵਨ ਉੱਥੇ ਹੀ ਖੜਾ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ। ਸਿੱਖ ਦਾ ਅਰਥ ਕੀ ਹੈ? ਜਿਹਦੇ ਵਿੱਚੋਂ ਗੁਰੂ ਦੀ ਸਿੱਖਿਆ ਚੱਲ ਕੇ, ਜਿਹਦੇ ਵਿੱਚੋਂ ਗੁਰੂ ਦਾ ਸਿਧਾਂਤ ਚੱਲ ਕੇ, ਗੁਰੂ ਦਾ ਉਪਦੇਸ਼ ਚੱਲ ਕੇ, ਗੁਰੂ ਦਾ ਸੁਭਾਅ ਚੱਲ ਕੇ, ਉਹ ਸਿੱਖ ਹੈ। ਪਰ ਬਹੁਤੀ ਵਾਰ ਇਹ ਹੁੰਦਾ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਬਾਤਾਂ ਨਾਲ ਬੜਾ ਕੁਝ ਚੰਗਾ ਹੋ ਜਾਂਦਾ ਹੈ, ਪਰ ਪ੍ਰੈਕਟੀਕਲ ਵਿੱਚ ਨੇੜੇ ਤੇੜੇ ਨਹੀਂ ਹੁੰਦਾ। ਤਾਂ ਸਤਿਗੁਰੂ ਪਾਤਸ਼ਾਹ ਕਹਿ ਰਿਹਾ ਕੋਈ ਫਰਕ ਨਹੀਂ ਪੈਂਦਾ ਜੇ ਉਸੇ ਉਚਾਈ ਤੇ ਖੜਾ ਹੈ। ਇਹ ਤਾਂ ਪੌੜੀਆਂ ਨੇ, ਚੜ੍ਹਨ ਦਾ ਰਸਤਾ ਹੈ, ਹਰ ਕਦਮ ਤੇਰਾ ਉੱਚਾ ਹੋਣਾ ਚਾਹੀਦਾ। ਹੁਣ ਖਿਆਲ ਕਰਿਓ, ਪਲੇਨ ਰਸਤੇ ਤੇ ਚੱਲਣ ਲਈ ਉਹਨੇ ਜ਼ੋਰ ਦੀ ਲੋੜ ਨਹੀਂ ਹੁੰਦੀ ਜਿੰਨਾ ਪੌੜੀਆਂ ਚੜ੍ਹਨ ਲਈ ਹੁੰਦੀ ਹੈ। ਪਲੇਨ ਰਸਤੇ ਤਾਂ ਹੁਣ ਡਾਕਟਰ ਕਹਿ ਦਿੰਦਾ ਵੀ ਭਾਈ ਤੂੰ ਤੁਰਨਾ, ਸੈਰ ਕਰ, ਤੁਰ, ਪਰ ਪੌੜੀਆਂ ਨਹੀਂ ਚੜ੍ਹਨੀਆਂ ਜਿਹਦੇ 'ਚ ਜ਼ੋਰ ਨਾ ਹੋਵੇ।
ਜਿਹੜਾ ਕਿਸੇ ਬਿਮਾਰੀ ਕਰਕੇ ਕਮਜ਼ੋਰ ਹੋ ਗਿਆ, ਕਮਜ਼ੋਰ ਹੋਵੇ ਜ਼ੋਰ, ਉਹਨੂੰ ਡਾਕਟਰ ਤੁਰਨ ਲਈ ਤਾਂ ਕਹਿ ਰਿਹਾ ਪਰ ਪੌੜੀਆਂ ਚੜ੍ਹਨ ਤੋਂ ਮਨਾ ਕਰ ਰਿਹਾ, ਕਿਉਂਕਿ ਪੌੜੀਆਂ ਚੜ੍ਹਨ ਲਈ ਜ਼ੋਰ ਚਾਹੀਦਾ। ਸਤਿਗੁਰਾਂ ਨੇ ਜਦੋਂ ਪੌੜੀਆਂ ਦੀ ਗੱਲ ਕੀਤੀ ਤੇ ਨਾਲ ਜ਼ੋਰ ਦੀ ਵੀ ਤਾਂ ਕਰ ਰਹੇ ਆ ਨਾ। ਜਿਹਦੇ ਕੋਲ ਜ਼ੋਰ ਹੁੰਦਾ ਉਹੀ ਚੜ੍ਹਦਾ। ਹੁਣ ਜਿਹੜਾ ਪੌੜੀਆਂ ਚੜ੍ਹ ਰਿਹਾ, ਪੌੜੀਆਂ ਚੜ੍ਹਦਿਆਂ ਕਿਤੇ ਹੰਕਾਰ ਨਾ ਆ ਜਾਏ, ਇਹ ਵੀ ਗੱਲ ਦਾ ਖਿਆਲ ਰੱਖਣਾ। ਕਿਤੇ ਇਹ ਨਾ ਸੋਚੇ ਵੀ ਇਹ ਜ਼ੋਰ ਮੇਰਾ ਹੀ ਹੈ। ਜ਼ੋਰ ਜਿਹਨੇ ਜੀਵਨ ਦਿੱਤਾ, ਜ਼ੋਰ ਵੀ ਤਾਂ ਉਹਦਾ ਹੀ ਹੈ ਨਾ। ਮੇਰੇ ਕੋਲ ਤਾਕਤ ਹੈ, ਮੈਂ ਪੌੜੀਆਂ ਚੜ੍ਹ ਰਿਹਾ, ਇਸ ਗੱਲ ਦਾ ਹੰਕਾਰ ਵੀ ਆ ਜਾਂਦਾ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਸਾਧੋ ਮਨ ਕਾ ਮਾਨ ਤਿਆਗੋ। ਸਾਧੂਆਂ ਨੂੰ ਸੰਬੋਧਨ ਕਰ ਗਏ। ਪੁੱਛਣ ਵਾਲਾ ਕਵੇ ਜੀ ਸੰਤ ਮਹਾਂਪੁਰਸ਼ਾਂ ਨੂੰ, ਸਾਧ ਜਨ ਜਿਹੜੇ ਸਾਧਨਾ 'ਚ ਲੱਗੇ ਉਹਨਾਂ ਨੂੰ ਕਹਿੰਦੇ ਹਾਂ ਕਈ ਵਾਰ ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਹੀ ਹੰਕਾਰ ਹੋ ਜਾਂਦਾ ਕਿ ਮੈਂ ਸਾਰਿਆਂ ਤੋਂ ਉੱਤਮ ਹਾਂ, ਮੈਂ ਤਾਂ ਰੱਬ ਨੂੰ ਮਿਲਣ ਚੱਲਿਆ। ਇਹ ਲੋਕ ਮੇਰੇ ਨਾਲੋਂ, ਮੇਰਾ ਮੁਕਾਬਲਾ ਕੀ ਕਰਨਗੇ, ਮੈਂ ਸਾਰਿਆਂ ਤੋਂ ਉੱਤਮ ਹਾਂ, ਮੇਰੇ ਬਰਾਬਰ ਨਹੀਂ ਕੋਈ ਹੋ ਸਕਦਾ। ਇਸ ਗੱਲ ਦਾ ਹੰਕਾਰ। ਤਾਂ ਹੀ ਕਿਹਾ ਜੇ ਰੱਬ ਨੂੰ ਮਿਲਣ ਚੱਲਿਆ ਕਿਸੇ ਗੱਲ ਦਾ ਹੰਕਾਰ ਨਾ ਆ ਜਾਏ। ਪੌੜੀਆਂ ਤਾਂ ਚੜ੍ਹ ਰਿਹਾ, ਕਿਤੇ ਪੌੜੀਆਂ ਚੜ੍ਹਦਿਆਂ ਹੰਕਾਰ ਨਾ ਆ ਜਾਏ, ਇਸ ਗੱਲ ਦਾ ਵੀ ਖਿਆਲ ਰੱਖਣਾ। ਹੰਕਾਰ ਕਿਸੇ ਵੀ ਗੱਲ ਦਾ ਹੋਇਆ ਉਹਨੇ ਰੁਕਾਵਟ ਖੜੀ ਕਰ ਦੇਣੀ ਹੈ। ਤੋ ਸਤਿਗੁਰੂ ਪਾਤਸ਼ਾਹ, ਕਿਉਂਕਿ ਮਹਾਰਾਜ ਕਹਿ ਰਹੇ ਆ, ਦੇਖੋ ਹਰੀ ਤੇ ਹੰਕਾਰ 'ਚ ਫਰਕ ਕੀ ਹੈ। ਹਰੀ ਕਹਿੰਦਾ ਵੀ ਹੰਕਾਰ ਨੂੰ ਕੱਢ, ਮੈਂ ਫਿਰ ਆਵਾਂਗਾ। ਮੈਨੂੰ ਆਉਣ ਲਈ, ਮੈਨੂੰ ਬੈਠਣ ਲਈ ਬਿਲਕੁਲ ਹਿਰਦਾ ਸਵੱਛ ਸਾਫ਼ ਚਾਹੀਦਾ, ਆਸਣ ਸਾਫ਼ ਚਾਹੀਦਾ, ਕਿਸੇ ਤਰ੍ਹਾਂ ਦਾ ਕੋਈ ਵਿਕਾਰ, ਕੋਈ ਹੰਕਾਰ ਤਾਂ ਹੋਵੇ ਨਾ ਉੱਥੇ। ਪਰ ਹੰਕਾਰ ਕਹਿੰਦਾ ਮੇਰੀ ਕੋਈ ਸ਼ਰਤ ਨਹੀਂ ਹੈ, ਤੂੰ ਹਰੀ ਹਰੀ ਵੀ ਕਰੀ ਚੱਲ, ਮੈਂ ਤਾਂ ਵੀ ਆ ਜਾਣਾ। ਤੂੰ ਜਪਜੀ ਪੜ੍ਹੀ ਚੱਲ, ਮੈਂ ਤਾਂ ਵੀ ਕਿਸੇ ਨਾ ਕਿਸੇ ਰੂਪ 'ਚ, ਸੂਖਸ਼ਮ ਰੂਪ ਵਿੱਚ ਆ ਹੀ ਜਾਣਾ। ਮੈਂ ਤੈਨੂੰ ਇਹੀ ਇਸੇ ਪਾਸੇ ਹੰਕਾਰ 'ਚ ਲਾ ਲੈਣਾ ਵੀ ਮੈਂ ਸਾਰਿਆਂ ਤੋਂ ਚੰਗਾ ਹੋ ਗਿਆ, ਮੈਂ ਅੰਮ੍ਰਿਤ ਛਕ ਲਿਆ, ਮੈਂ ਇੰਨਾ ਪਾਠ ਕਰ ਰਿਹਾ, ਮੈਂ ਰੋਜ਼ ਗੁਰੂ ਘਰ ਆਉਣਾ, ਮੈਂ ਸਾਰਿਆਂ ਤੋਂ ਉੱਤਮ ਹੋ ਗਿਆ। ਤੈਨੂੰ ਇਸੇ ਗੱਲ ਦਾ ਹੀ ਹੰਕਾਰ ਹੋ ਜਾਣਾ। ਪੌੜੀਆਂ ਚੜ੍ਹਦਿਆਂ ਹੰਕਾਰ ਨਾ ਹੋਵੇ। ਕਈ ਵਾਰ ਇਹਦਾ ਵੀ ਹੁੰਦਾ ਕਿ ਮੈਂ ਤਾਂ ਰੋਜ਼ 2 ਵਜੇ ਉੱਠਦਾ, ਕੋਈ ਉੱਠ ਹੀ ਨਹੀਂ ਸਕਦਾ, ਇਹ ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ। ਹੰਕਾਰ ਕੋਈ ਵੀ ਹੋਵੇ ਗੁਰੂ ਨੂੰ ਨਹੀਂ ਪਾਉਂਦਾ। ਸਤਿਗੁਰੂ ਕਹਿੰਦੇ ਜ਼ੋਰ ਚਾਹੀਦਾ ਪੌੜੀਆਂ ਚੜ੍ਹਨ ਲਈ। ਠੀਕ ਹੈ, ਜੇ ਚੜ੍ਹਦਿਆਂ ਹਉਮੈ ਆ ਗਈ ਕਿ ਮੈਂ ਰੱਬ ਦਾ ਰਸਤਾ ਤੈਅ ਕਰ ਲਿਆ, ਰੱਬ ਦੇ ਨੇੜੇ ਹੋ ਰਿਹਾ, ਜਿਹੜਾ ਰੱਬ ਵੱਲ ਵੱਧ ਰਿਹਾ, ਹਉਮੈ ਨਹੀਂ ਆਉਣੀ ਚਾਹੀਦੀ। ਨਹੀਂ, ਮੁਸ਼ਕਲ ਆਵੇਗੀ। ਜਿਹੜਾ ਪੌੜੀਆਂ ਚੜ੍ਹ ਰਿਹਾ ਹੈ ਉਹ ਇਹ ਨਾ ਸੋਚੇ ਮੈਂ ਆਪਣੇ ਜ਼ੋਰ ਨਾਲ ਚੜ੍ਹ ਰਿਹਾ। ਹਉਮੈ ਇੱਥੇ ਵੀ, ਜਿੱਥੇ ਵੀ ਆ ਗਈ ਉੱਥੇ ਕਦਮ ਤੇਰੇ ਰੁਕ ਜਾਣਗੇ। ਇੱਥੇ ਤਾਂ ਹਉ ਮੈਂ ਵਿੱਚੋਂ ਖੋਵੈ। ਇਹ ਕੰਮ ਕਰਨਾ ਪਏਗਾ ਤੈਨੂੰ। ਹੰਕਾਰ ਛੱਡਣਾ ਪਏਗਾ। ਅੰਦਰੋਂ ਬਿਲਕੁਲ ਟੋਏ ਟਿੱਬੇ ਆ ਜਿਹੜੇ ਖਤਮ ਕਰਨੇ ਪੈਣਗੇ। ਪਲੇਨ ਇੱਕ ਚੰਗਾ ਆਸਣ ਚਾਹੀਦਾ ਪਰਮਾਤਮਾ ਦੇ ਬੈਠਣ ਲਈ। ਇਹ ਗੱਲ ਬੜੀ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਨੇ ਜ਼ੋਰ ਤਾਂ ਤੇਰੇ ਕੋਲ ਹੈ ਪਰ ਪੌੜੀਆਂ ਚੜ੍ਹ ਰਿਹਾ, ਇਹ ਨਾ ਆਖੀ ਜ਼ੋਰ ਮੇਰਾ ਹੈ, ਕਿਉਂਕਿ ਜਨਮ ਜਵਾਨੀ ਬੁਢੇਪਾ ਇਹ ਸਭ ਕੁਝ ਤੇਰੇ ਵੱਸ ਹੈ ਨਹੀਂ। ਇਸ ਸੰਸਾਰ ਅੰਦਰ ਕੋਈ ਬੁੱਢਾ ਨਾ ਹੋਵੇ ਜੇ ਤੇਰੇ ਵੱਸ ਹੋਵੇ। ਬੁੱਢਾ ਕੋਈ ਹੋਣਾ ਹੀ ਨਹੀਂ ਚਾਹੁੰਦਾ ਜੇ ਸਾਡੇ ਵੱਸ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਆਪਣੇ ਹੱਥ ਹੋਵੇ ਤਾਂ ਇਹਨਾਂ ਆ ਜਿਹੜੀਆਂ ਛੋਟੀਆਂ ਛੋਟੀਆਂ ਲੱਤਾਂ, ਜਿਹਨੂੰ ਬਾਬਾ ਸਾਹਿਬ ਜੰਗੀਆ ਕਹਿ ਰਹੇ ਆ, ਇਹਨਾਂ ਲੱਤਾਂ 'ਚ ਤਾਕਤ ਹੈ। 4-4 ਮੰਜ਼ਿਲਾਂ ਚੜ੍ਹ ਜਾਂਦੀਆਂ, ਵੱਡੇ ਵੱਡੇ ਪਹਾੜਾਂ ਤੇ ਚੜ੍ਹ ਜਾਂਦੀਆਂ, ਵੱਡੇ ਵੱਡੇ ਪਰਬਤਾਂ ਦੀ ਸੈਰ, ਜਲਾਂ ਥਲਾਂ ਦੀ ਸੈਰ ਕਰ ਜਾਂਦੀਆਂ, ਕਿਉਂਕਿ ਤਾਕਤ ਹੈ ਲੱਤਾਂ ਵਿੱਚ। ਹੁਣ ਇਹ ਵੀ ਬੇਨਤੀ ਖਿਆਲ ਵਿੱਚ ਰੱਖਿਓ, ਉੱਤਮ ਨੀਚ ਪਤਾ ਕਿਹਨੇ ਬਣਨਾ ਹੈ? ਜਿਹਨੇ ਇਹ ਭੁਲੇਖਾ ਖਾ ਲਿਆ ਵੀ ਲੱਤਾਂ ਵਿੱਚ ਜ਼ੋਰ ਮੇਰਾ ਹੈ, ਉਹ ਨੀਚ ਹੋ ਜਾਏਗਾ। ਜਿਹਨੂੰ ਇਹ ਸਮਝ ਆਈ ਵੀ ਲੱਤਾਂ ਵਿੱਚ ਜਿਹੜਾ ਜ਼ੋਰ ਹੈ ਰੱਬ ਨੇ ਦਿੱਤਾ ਹੈ, ਉਹ ਉੱਤਮ ਹੋ ਜਾਏਗਾ। ਆ ਅੱਖਾਂ ਵਿੱਚ ਜੋਤ ਹੈ, ਜਿਹਨੂੰ ਇਹ ਭੁਲੇਖਾ ਲੱਗ ਗਿਆ ਵੀ ਇਹ ਜੋਤ ਤਾਂ ਮੇਰੀ ਆ, ਉਹ ਨੀਚ ਹੋ ਜਾਏਗਾ। ਜਿਹਨੂੰ ਇਹ ਸਮਝ ਆ ਗਈ ਵੀ ਇਹ ਅੱਖਾਂ 'ਚ ਜੋਤ ਉਸੇ ਨੇ ਦਿੱਤੀ ਹੈ ਜਿਹਨੇ ਸਰੀਰ ਤੇ ਅੱਖਾਂ ਦਿੱਤੀਆਂ ਨੇ, ਉਹ ਉੱਤਮ ਹੋ ਜਾਏਗਾ। ਕੰਨਾਂ 'ਚ ਸੁਣਨ ਸ਼ਕਤੀ ਹੈ, ਜਿਹਨੇ ਇਹ ਸਮਝ ਲਿਆ ਵੀ ਇਹ ਸੁਣਨ ਸ਼ਕਤੀ ਮੇਰੀ ਹੈ, ਉਹ ਨੀਚ ਹੋ ਜਾਏਗਾ। ਜਿਹਨੂੰ ਇਹ ਸਮਝ ਆ ਗਈ ਕਿ ਇਹ ਰੱਬ ਨੇ, ਜਿਹਨੇ ਕੰਨ ਦਿੱਤੇ, ਜਿਹਨੇ ਤਨ ਦਿੱਤਾ, ਇਹ ਸੁਣਨ ਸ਼ਕਤੀ ਵੀ ਉਸਨੇ ਦਿੱਤੀ, ਉੱਤਮ ਹੋ ਜਾਏਗਾ। ਇਹਨਾਂ ਗੱਲਾਂ ਕਰਕੇ ਉੱਤਮ। ਜਾਂ ਜਿਹਨੇ ਇਹ ਸਮਝ ਲਿਆ ਵੀ ਇਹ ਜ਼ੋਰ ਮੇਰਾ ਹੈ, ਸਾਰਾ ਜ਼ੋਰ ਮੇਰਾ ਹੈ, ਆਖਣ ਚੁੱਪ ਕਰਨ ਦਾ, ਇਹ ਸਾਰੇ ਜ਼ੋਰ ਮੇਰੇ ਨੇ, ਕੁਛ ਨੂੰ ਦੇਣ ਦੇ, ਕਿਸੇ ਤੋਂ ਕੁਛ ਲੈਣ ਦੇ, ਰਾਜ ਮਾਲ ਧਨ ਇਕੱਤਰ ਕਰਨ ਦੇ, ਤੇ ਇਹ ਸਾਰੀਆਂ ਜਨਮ ਮਰਨ ਇਹ ਮੇਰੇ ਜ਼ੋਰ ਮੇਰੇ ਵੱਸ ਵਿੱਚ ਨੇ, ਉਹ ਨੀਚ ਹੋ ਜਾਏਗਾ। ਜਿਹੜਾ ਸਮਝੇਗਾ ਇਹ ਸਾਰੀਆਂ ਗੱਲਾਂ ਰੱਬ ਦੇ ਵੱਸ ਵਿੱਚ ਨੇ, ਇਹ ਸਾਰਾ ਜ਼ੋਰ ਉਸੇ ਦਾ, ਉੱਤਮ ਹੋ ਜਾਏਗਾ। ਇੰਨਾ ਹੀ ਫਰਕ ਹੈ।
सतगुरु पातशाह कहते ने ताकत हर वेले जिहड़ी जे साडे वस होवे तां असीं इह ताकत हर वेले बरकरार रखीए, पर एक जिंदगी दा दस्तूर, रब दा संविधान, रब दा विधान है कि यह ताकत हर वेले बरकरार जिहड़ियां नहीं रहिंदी। बाबा फरीद साहब नूं भी कहना पै गया, फरीदा इन्नी निक्की जंगी है, थल डूगर भावें ओम, अज फरीदा कुजड़ा। वो ताकत नहीं रही, अज वो तां नहीं रही क्योंकि साडे वस विच नहीं। बड़ा कुछ असी इस तन नूं तंदुरुस्त रखण वास्ते अज ऑर्गेनिक है, अज बड़ा शुगर फ्री बड़ा कुछ आ रहा, फिर भी ताकत नहीं रहिंदी। किन्ने बंदा ओढ़ पोड़ करदा भी मैं जिवें हाँ उवें ही बनिया रवां। हर बंदा जवान ही रहना चाहुंदा है पर नहीं रहा जांदा। चमकी जरा आँख, जवानी चली गई, बदली की छाव थी, इधर आई उधर गई। आउंदी दा पता लगदा, जांदी दा नहीं। अज फरीदा कुजड़ा सैकोहां थी ओम, ਜਿਹੜੀਆਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਐਡੀ ਸੈਰ ਕੀਤੀ, अज वो जोर ना रहा, जोर चलिया गया ते अज सराणे पिया पानी का कुज्जा चकना भी औखा होया पिया। अज मूँह च गोली नहीं पैंदी, मूँह नाल अपने हत्थ दे जोर नाल दवाई नहीं खा सकदा, पानी नहीं पी सकदा, वो भी किसी की लोड़ है। तो महाराज कह रहा जे ये लत्तां दा जोर मेरा हुंदा तां मेरे कदी ये बुढ़ापा ना आउंदा, कदे जोर जांदा ना। जे वाजू सतगुरु पातशाह कहंदे बाहू बल, आ बाहां च जोर मेरा हुंदा, ये कदे जांदा ना, ये हर वेले मेरे कोल रहना सी। किहड़ा बंदा बुढ़ा होना चाहुंदा, बल्कि इत्थे तां आख दिता, 3 जर वैरी नानका जे बुढ़े थी मरन। जेड़ा ये जर बुढ़ापा ना बंदे दा वैरी बन के आउंदा है, जर आई जो बन हारिया। लो जे ये साडे वस च हुंदा तां असीं बुढ़ापे नूं कित्थों वड़न देना सी। यतन बहुत कीते लेकिन अनक यतना तो बाद भी पातशाह कहंदे ये शरीर बुढ़ापे ने जिवें एक किन्ना भारा ताकतवर गाडर हुंदा जिन्हें छत नूं रोक के रखिया हुंदा, किते उहनूं जंगाल पै जाए छाण के रख दिंदा है। ये बुढ़ापा दा जंगाल दी तरह पैंदा ना शरीर नूं, एक एक अंग नूं छाण के रख दिंदा, कमज़ोर कर दिंदा है, क्योंकि बुढ़ापा अपने आप विच रोग है। और यह भी गल याद रखियो, बुढ़ापे का हल भी किते नहीं है, बुढ़ापे की दवाई नहीं मिलती कितों। कोई रोग होवे दवाई ले लोगे, बुढ़ापे की दवाई की लोगे, यदि दवाई भी कोई नहीं, आउंदा भी है। और बुढ़ापे तो बाद फिर की है, मौत, काल। चंगा हुंदा है जेड़े काल तो पहला अकाल नाल जुड़ जाण, नहीं तो फिर बुढ़ापे तो बाद तो फिर कोई चांस ही ना रहिंदा। सतगुरु कहते हैं जेडे बहुते बजुर्ग हो जाते हैं, बुढ़ापा वैरी बन जाता, वो बेचारियां दे सामने थाल भी पिया हुंदा, खा नहीं सकते। पीण वास्ते रख दो चाह पानी, वो अपने आप पी नहीं सकते। अज उन्हां कोले सड़कां तां बहुत वधिया बन गईयां, लत्तां जवाब दे गई, तुरिया नहीं जा रहा। अगे नालों सुनने वाले गीत बड़े चंगे चंगे आ गए, खूबसूरत आ गए, पर कन्नां दे सुनने की ताकत नहीं रही, जोर खत्म हो गया। देखण वास्ते संसार बनाउण वालियां ने बड़ा सोहना बना दिता, लोकां ने बड़ी मीनाकारी संसार विच रह के कर दिती, पर अखां दी जोत जवाब दे गई, देख नहीं सकता, बुढ़ापा वैरी बन गया। तो सतगुरु पातशाह कहंदे आ ये सारियां गल्लां भाई ये साडे वस भी नहीं। जे जवानी वाला जोर उन्हां दा अपना हुंदा तां ओह कदे बुढ़े ना हुंदे। जर आई जो बनहारिया, ताई महाराज ने कहा शेखा अंदरों जोर छड्ड। इस्लामी दुनिया अंदर शेख बुजुर्ग नूं भी कहंदे आ, एक ज्ञानी विचारवान बंदे नूं भी कहंदे आ। बुजुर्ग कहंदा मेरे कोले तजर्बा बहुत है, ज्ञानी कहंदा मेरे कोले ज्ञान बहुत है। मारे कहंदे ये जोर छड्ड, शेखा अंदरों जोर छड्ड, तू भौ कर झल गवाए। रब तो डर, ओदा भै मन विच पैदा कर। ये अपने जोरां ते ना रह, क्योंकि ये तेरे जोर किसे काम नहीं आने। तेरा जोर तां किते चलदा नहीं। जिन्हां नूं समझ आउंदी आ ओह कहंदे आ परमात्मा सब को तेरे वस, असां जोर नहीं। सारा कुछ तेरे वस है, साडा कोई जोर नहीं। ते बंदा कई बार कहंदा ना मैं सारा जोर ला के वेख लिया, गल नहीं बनी, फिर अरदास कराई, पातशाह कहते पहले ही करा लेनी सी, पर पहला तां नहीं, क्योंकि जिहड़ी आले दुआले ताकत है पैसे दी, राजनीति दी, समाज दी, वो कहती है भी नहीं अपने को बहुत कुछ है, रब दी की लोड़ है।
तो सतगुरु पातशाह कह रहे हैं अज दे इन्हां पावन बचनां अंदर हुण एत राह पत पौड़ियां, असीं रब दे घर नूं जाण वाला जिहड़ा रस्ता है वह पौड़ियां दा रस्ता, पौड़ियां दा रस्ता चढ़न वास्ते तैनूं जोर चाहीदा। बस वो जोर ते पौड़ियां जदों लै पौड़ियां ते चढ़े, जोर नाल चढ़े, चढ़न लग्गियां एक गल दा ख्याल रखी, ये जोर मेरा नहीं, ये जोर रब दा दिता होया। और जिहड़ियां साडे जीवन दीयां अवस्थावां ने, बाल जवानी और बिरधवन, ये भी साडीआं नहीं, भी उहने दित्तियां ने। ये सब कुछ उस परमात्मा ने दिता वा, मनना पएगा सानू। अज महाराज साहब ने क्या आखण जोर चुपै न जोर, जोर ना मंगण देण ना जोर, जोर ना जीवन। कल इत्थे गल छड्डी सी, जोर ना जीवन मरण न जोर। भाई तेरा ना जिउण ते कोई जोर है, ना तेरा मरण ते कोई जोर है। इत्थे जिउण वालियां ने बड़े जोर, बड़े बंदोबस्त कीते, बड़े दरवाजे, बड़ियां दीवारां, बड़े गनमैन, सिक्योरिटियां, बड़ा इंतजाम करके उन्होंने अपने आप नूं सेव किया। पर होया कि मलकल मौत जा आवसी सब दरवाजे भन, सारे दरवाजे भन के मौत अपने नाल लै गई। तेरियां अकलां दे दरवाजे मौत ने तोड़ दिते। तेरे जीउण विच जोर नहीं चलना। जे किते हंकार कढ देवें, निरंकार नाल जुड़ जाए, फिर यह हो सकदा नाम रहियो, साधु रहियो। जे तू रहना ही चाहना ना, आ सुन ला किने किने रहना, फिर इहो जिहा बन, नाम रहियो, साधु रहियो, रहियो गुर गोबिंद। तेरे हंकार ने, तेरे हंकार दे जोर ने, जोर नाल जिउए हो तो ते तुरिया नहीं जाना। जे रहना चाहना तो इत्थे नाम जपण वालियां ने जुगो जुग टल रहना। अज आपां कहिए कबीर साहब चढ़ाई कर गए, कबीर साहब तो अज भी जिउ रहे आ, भगत नामदेव साहब अज भी जिउ रहे आ, भगत रविदास जी अज भी जिउ रहे आ। किन्ने संत महापुरुष ब्रह्म ज्ञानी जिहड़े शरीर करके नहीं पर है तो अज इत्थे ही ना, सर्व व्यापक हो गए, ब्रह्म च लीन हो गए। ब्रह्म की है? रब। रब सर्व जगह व्यापक है। जेड़ा रब च लीन हो गया वह भी सर्व जगह व्यापक हो गया। जिन्हों हाजर नाजर क्या जाता है। हाजर वह हुंदा है जेड़ा एक जगह दर्शन कर रहा, नाजर वह जेड़ा सब जगह सर्व व्यापक। जिथे याद करो सो सतगुर प्यारा मेरे नाल है, जिथे किथे मैनू ले छड़ाई, वह हाजर नाजर है। तू सबनी थाई जिथे हो जाई, जिथे भी जावा तू सारिया थावां दियां मेरे अंग संग है। तो सतगुरु पातशाह कहते भाई जोगी लगे उसी वड्डियां वड्डियां उम्रां वधाउण वास्ते। गुरु नानक साहब कहते तुसी जोर ला के उम्रां वधाउणियां चाहुंदे हो? कहते जी हाँ, जिन्नियां साधना इसे करके भी उम्र वड्डी होवे। करोगे की? करना तो कहते की है, बस उम्र वड्डी होवे। मारे कहते जदों तुहाडा संसार नूं फायदा ही कोई नहीं, समाज नूं फायदा ही कोई नहीं, दुनिया नूं फायदा ही तो दुनिया संसार की गल तो छड्डो, तुहाडा तुहाडे परिवार नूं कोई फायदा नहीं। एडी उम्र तो की कराउणा है? इन्नी वड्डी उम्र तो कहते फिर की करिए? पातशाह कहते वड्डियां उम्रां दी तांग ना रखो, काम वड्डे करो, काम चंगे करो, ताकि तुहानूं हुण बाबा जोरावर सिंह, बाबा फतेह सिंह किड्डियां उमरां ने, 7 ते 9 साल, एडे वड्डे काम, निक्कियां जिंदा वड्डे साके, एडा वड्डा साका कर गए। अज वड्डे वड्डे लोग, वड्डियां वड्डियां उमरां वाले लोग आके उन्होंने नमस्कारां कर रहे हैं। काम वड्डे, काम वड्डे ही होने चाहिए। धन गुरु हरकृष्ण साहब महाराज की उम्र किड्डी है, शरीर करके छोटी है, पर जोत गुरु नानक साहब वाले जोत की उम्र छोटी नहीं। अज केड़ा CM PM राष्ट्रपति है जिहड़ा बंगला साहब मत्था ना टेक रहा होवे? दुनिया के वड्डे वड्डे अमीर लोग सब की इच्छा है, भावें सिख है भावें कोई गैर सिख है, वो चाहता मैं बंगला साहब गुरु हरकृष्ण साहब पातशाह कोल जावां, क्योंकि असी सुनिया श्री हरकृष्ण ध्याई है जिस डिठे सब दुख जाए। इहो जिहा गुरु कोई है दुनिया ते जिहदे दर्शन करके सब दुख जाए, सब दुख जाए। एक अदे दुख की गल नहीं सतगुरु कर रहे, सारे दुख तन का होवे, मन का होवे, आत्मा का होवे, सारे दुख खत्म। तीने ताप निवारनहारा। तो सतगुरु पातशाह कहते आ जोगियां नूं मारे कहते जे जुग चारे आर जाओ, चाह रहे आ जे जुग चारे आर जा, होर दुसुणी होए नवा खंडा विच जाणिया, नाल चलै सब कोई, चंगा नौर खाए कै जस कीरत जग ले। पर जे तिस नज़र ना आवई, जे ओदी नज़र विच नहीं, भावें 40 जुग दी तेरी उम्र होवे, जदों गिणती विच ही नहीं आया तू, फिर तेरी एडी उम्र दा फायदा की? तू गिणती विच आ। ਜਿਹੜੇ गिणती चाहते आ, पौने 4 साल का बाबा बंदा सिंह बहादुर का बच्चा भी प्रवान हो गया, गिणती च आ गया। तू गिणती चाह तरू ते प्रहलाद छोटिया उम्र च गिणती च आ गए। अज गुरु ग्रंथ साहब महाराज नूं उदाहरण देनी पै गई, राम जपो जी ऐसे ऐसे तरू प्रहलाद
ਜਪਿਓ ਹਰ ਜੈ, ਕਿਹਨਾਂ ਦੀ ਉਦਾਹਰਨ ਦਿੱਤੀ ਹੈ? ਕਿਉਂਕਿ ਪ੍ਰਵਾਨ ਹੋ ਗਏ, ਨਿਗਾਹ 'ਚ ਆ ਗਏ। ਉਹਨਾਂ ਨੇ ਉਮਰਾਂ ਵੱਡੀਆਂ ਲਈ ਅਰਦਾਸਾਂ ਨਹੀਂ ਕੀਤੀਆਂ, ਰੱਬ ਨੂੰ ਮਿਲਣ ਲਈ ਅਰਦਾਸਾਂ ਤੇ ਯਤਨ ਕੀਤੇ। ਸਤਿਗੁਰੂ ਬਾਬਾ ਫਰੀਦ ਸਾਹਿਬ ਨੇ ਤਾਂ ਕਹਿ ਦਿੱਤਾ, ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇ। ਤੇਰੀ 100 ਵਰੇ ਦੀ ਉਮਰ ਵੀ ਹੋ ਜਾਏ ਨਾ, ਅੰਤ ਕੀ ਹੋਣਾ ਹੈ? ਭੀ ਤਨ ਹੋਸੀ ਖੇ। ਸਮਾਂ ਅੰਤ ਦਾ ਅੰਤ ਜਦੋਂ ਆਮਦਾ ਹੈ, ਜਿਵੇਂ ਯੁੱਗ ਭਾਵੇਂ ਕੋਈ 4 ਲੋਕੋ, ਭਾਵੇਂ ਕੋਈ 4 ਯੁੱਗ ਜਿਉਵੇਂ, ਅੰਤ ਸਮਾਂ ਜਦੋਂ ਆਉਂਦਾ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜੋਗਿਓ ਜਿੰਨੀ ਵੱਡੀ ਮਰਜ਼ੀ ਉਮਰ ਕਰ ਲਓ, ਇਹ ਸਵਾਸਾਂ ਦਾ ਬਾਦ ਘਾਟ ਹੈ। ਇੱਕ ਸਵਾਸ ਨੂੰ ਤੁਸੀਂ ਰੱਖ ਕੇ, ਅੱਜ ਸਾਇੰਸ ਨੇ ਵੀ ਮੰਨ ਲਿਆ ਇਸ ਗੱਲ ਨੂੰ ਕਿ ਕੋਈ ਬੰਦਾ ਲੰਬਾ ਅੱਜ ਤੋਂ 100 ਸਾਲ ਬਾਅਦ ਦੀ ਦੁਨੀਆ ਦੇਖਣੀ ਚਾਹੁੰਦਾ ਹੈ, ਅੱਜ ਉਹ ਆਪਣੇ ਸਵਾਸ ਨੂੰ ਰੋਕੇ, ਉਹਨੂੰ ਅਸੀਂ ਇਹੋ ਜਿਹੇ ਦਵਾਈਆਂ ਲਾ ਕੇ ਕਿਸੇ ਫਰੀਜ਼ਰ 'ਚ ਪਾ ਦਿਆਂਗੇ, 100 ਸਾਲ ਬਾਅਦ ਇੱਕ ਸਿਸਟਮ ਦੇ ਨਾਲ ਉਹ ਦੁਆਰੇ ਸਵਾਸ ਉਹਦੇ ਚਲਾ ਕੇ ਉਹਨੂੰ 100 ਸਾਲ ਬਾਅਦ ਦੀ ਦੁਨੀਆ ਦਿਖਾ ਦਾਂਗੇ। ਹੁਣ ਉਮਰ ਥੋੜਾ ਵੱਡੀ ਹੋਈ ਆ, ਸਵਾਸ ਰੋਕ ਕੇ ਅਗਲੇ ਜ਼ਮਾਨੇ 'ਚ ਵਰਤ ਲੈ। ਇਹ ਤਾਂ ਸਾਇੰਸ ਵੀ ਕਰ ਰਹੀ ਹੈ, ਜੋਗੀ ਵੀ ਇਹੀ ਕਰ ਰਿਹਾ। ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ, ਕਿਤੇ ਹੈਰਾਨ ਨਾ ਹੋਈ ਜਾਇਓ ਵੀ ਇਦਾਂ ਵੀ ਹੋ ਜਾਂਦਾ ਹੈ। ਵੱਡੀ ਗੱਲ, ਹੈਰਾਨੀ ਵਾਲੀ ਗੱਲ ਉਦੋਂ ਹੋਏਗੀ ਜਦੋਂ ਕੋਈ ਬੈਠਾ ਬੈਠਾ ਸਾਡੇ 'ਚੋਂ ਰੱਬ ਨੂੰ ਮਿਲ ਗਿਆ। ਇਹ ਵੱਡੀ ਕਰਾਮਾਤ ਹੋਏਗੀ, ਕਿਉਂਕਿ ਹਰ ਕੋਈ ਨਹੀਂ ਮਿਲ ਸਕਦਾ। ਇਹ ਤਾਂ ਵੱਡੀ ਕਰਾਮਾਤ ਹੈ। ਉਹ ਤਾਂ ਪੈਸੇ ਦੇ ਕੇ ਕੋਈ ਵੀ ਕਰਾ ਸਕਦਾ, ਪੈਸੇ ਦੇ ਕੇ ਰੱਬ ਨਹੀਂ ਮਿਲਦਾ। ਕੰਚਨ ਸਿਉ ਪਾਈਆ ਨਹੀਂ ਤੋ। ਜੇ ਪੈਸੇ ਦੇ ਕੇ ਰੱਬ ਮਿਲੇਗਾ ਫਿਰ ਤਾਂ ਉਹਦੀ ਕੀਮਤ ਤੈਅ ਹੋ ਜਾਏਗੀ। ਜੇ ਕੀਮਤ ਤੈਅ ਹੋਏਗੀ ਫਿਰ ਅਸੰਖ ਜਪ ਸੰਖ ਭਾਉ ਦੀ ਗੱਲ, ਅਣਗਿਣਤੀ, ਜਿਹੜਾ ਗਿਣਤੀ ਤੋਂ ਬਾਹਰ ਹੈ, ਫਿਰ ਉਹ ਗਿਣਤੀ 'ਚ ਆ ਜਾਏਗਾ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਭਾਈ ਇਹ ਜੀਵਨ ਜਿੱਡੀ ਵੱਡੀ ਮਰਜ਼ੀ ਉਮਰ ਹੋਵੇ, ਇੱਕ ਦਿਨ ਤਾਂ ਇਹੀ ਹੋਣਾ, ਜੋ ਉਪਜਿਓ ਸੋ ਬਿਨਸ ਹੈ। ਜੋਰ ਨਾ ਜੀਵਨ ਮਰਨ ਨਾ ਜੋਰ, ਪਰ ਉਹ ਆਜ ਕੈ ਕਾਲ। ਇੱਕ ਦਿਨ ਇਹੀ ਹੋਏਗਾ, ਜੇ ਹੰਕਾਰ ਨਾਲ ਜਿਉਣਾ ਚਾਹਵੇਂ ਨਹੀਂ ਜਿਉਇਆ ਜਾਣਾ, ਜੇ ਹੰਕਾਰ ਦੇ ਜ਼ੋਰ ਨਾਲ ਮਰਨਾ ਚਾਹਵੇਂ ਤੇਰੇ ਤੋਂ ਮਰਿਆ ਵੀ ਨਹੀਂ ਜਾਣਾ। ਤੁਸੀਂ ਵੇਖਦੇ ਹੋ ਕਈ ਲੋਕ ਕੌਮਾਂ 'ਚ ਚਲੇ ਗਏ, ਪੀਜੀਆਈ ਜਾ ਕੇ ਵੇਖੋ, ਕਈ ਸਾਲ ਦੇ ਕੌਮਾਂ 'ਚ ਪਏ ਹੋ, ਕਿਸੇ ਦਾ ਜ਼ੋਰ ਹੀ ਨਹੀਂ ਚੱਲ ਰਿਹਾ ਵੀ ਇਹ ਮਰ ਜਾਣ। ਪਰਿਵਾਰ ਵਾਲੇ ਹੋ ਸਕਦਾ ਅੱਕ ਥੱਕ ਕੇ ਕਹਿ ਰਹੇ ਹੁਣ ਵੀ ਰੱਬਾ ਇਸ ਤੋਂ ਚੰਗਾ ਤਾਂ ਲੈ ਹੀ ਜਾ, ਨਾ ਪੈਸੇ ਬਚਿਆ ਤੇ ਨਾ ਸਾਨੂੰ ਕੋਈ ਉਮੀਦ ਬਚੀ ਆ। ਪਰ ਹੁਣ ਕਿਸੇ ਦੇ ਕਹਿਣ ਨਾਲ ਤਾਂ ਰੱਬ ਨੇ ਲੈ ਕੇ ਨਹੀਂ ਨਾ ਜਾਣਾ। ਉਹ ਤਾਂ ਜਦੋਂ ਸਵਾਸ ਪੂਰੇ ਹੋ ਗਏ ਫਿਰ ਕਿਸੇ ਦੇ ਰੁਕਣਾ ਵੀ ਨਹੀਂ, ਫਿਰ ਉਹਨੇ ਲੈ ਹੀ ਜਾਣਾ। ਬੰਦਾ ਜ਼ੋਰ ਨਾਲ ਮਰਨਾ ਚਾਹਵੇ ਤਾਂ ਮਰਿਆ ਵੀ ਨਹੀਂ ਜਾਂਦਾ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਹਾਂ ਜੇ ਕਿਤੇ ਹੰਕਾਰ ਛੱਡਿਆ ਹੋਵੇ ਫਿਰ ਤੂੰ ਕਹਿ ਸਕਦਾ ਕਬੀਰ ਮੋਹੇ ਮਰਨੇ ਕਾ ਚਾਹੋ ਕਾ, ਫਿਰ ਤੇਰਾ ਮਰਨਾ ਚਾਹ ਬਣ ਜਾਏਗਾ। ਰੱਬ ਤੇ ਭਰੋਸਾ ਕਰਕੇ ਵੇਖ, ਜਿਹਦਾ ਰੱਬ ਤੇ ਭਰੋਸਾ ਹੋਵੇ ਮੌਤ ਨੂੰ ਵੀ ਖੜਾ ਲੈਂਦਾ, ਵੀ ਖੜ ਚੱਲਣਾ ਤਾਂ ਹੈ ਪਰ ਰੁਕ ਜਾ। ਬਾਬਾ ਦੀਪ ਸਿੰਘ ਨੇ ਖੜਾਇਆ ਕਿ ਨਹੀਂ? ਮੌਤ ਲੈਣ ਲਈ ਕਹਿੰਦੇ ਨਹੀਂ ਮੇਰਾ ਗੁਰੂ ਰਾਮਦਾਸ ਦੇ ਚਰਨਾਂ 'ਚ ਪਰਨ ਹੋਇਆ ਅਰਦਾਸ ਹੋਈ ਆ, ਮੇਰਾ ਸੀਸ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਵਿੱਚ ਲੱਗਣਾ ਚਾਹੀਦਾ। ਇੱਥੇ ਮੈਂ ਤੇਰੇ ਨਾਲ ਕਿਵੇਂ ਚੱਲਿਆ ਜਾਵਾਂ? ਨਾਲ ਚੱਲ, ਜਦੋਂ ਮੈਂ ਉੱਥੇ ਪਹੁੰਚ ਗਿਆ ਤੇਰੇ ਨਾਲ ਚੱਲਾਂਗਾ। ਜਿਨ੍ਹਾਂ ਨੂੰ ਨਿਰੰਕਾਰ ਤੇ ਭਰੋਸਾ, ਨਿਰੰਕਾਰ ਦੇ ਜ਼ੋਰ ਤੇ ਜਿਹੜੇ ਜਿਉਂਦੇ ਆ, ਮੌਤ ਵੀ ਉੱਥੇ ਹੱਥ ਬੰਨ। ਬਲਕਿ ਧਰਮਰਾਜ ਨੇ ਸਪੈਸ਼ਲੀ ਕਿਹਾ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁਟੈ, ਨਿਕਟ ਨਾ ਜਾਈਓ ਦੂਤੋ, ਇਹਨਾਂ ਕੋਲੇ ਨਾ ਚਲੇ ਜਾਇਓ, ਨਾ ਤੁਹਾਡਾ ਖੇੜਾ ਛੁੱਟਣਾ ਨਾ ਮੇਰਾ ਛੁੱਟਣਾ। ਕਿਉਂਕਿ ਉਹ ਨਿਰੰਕਾਰ ਦੇ ਜ਼ੋਰ ਤੇ ਬੈਠੇ ਆ। ਜਿਹੜੇ ਹੰਕਾਰ ਦੇ ਜ਼ੋਰ ਤੇ, ਭਾਵੇਂ ਰਾਵਣ ਵੀ ਕਿਉਂ ਨਾ ਹੋਵੇ, ਸਿਕੰਦਰ ਬਾਦਸ਼ਾਹ ਕਿਉਂ ਨਾ ਹੋਵੇ, ਫਰਾਨ ਬਾਦਸ਼ਾਹ ਕਿਉਂ ਨਾ ਹੋਵੇ, ਇੱਥੇ ਔਰੰਗਜ਼ੇਬ ਵਰਗੇ ਕਿਉਂ ਨਾ ਹੋਣ, ਜਿਹੜੇ ਹੰਕਾਰ ਦੇ ਜ਼ੋਰ ਤੇ ਬੈਠੇ ਆ, ਮੌਤ ਕਹਿੰਦੀ ਉਹਨਾਂ ਨੂੰ ਤਾਂ ਮੈਂ ਐਵੇਂ ਮਿੱਟੀ 'ਚ ਮਿਲਾਉਣੀ ਆ ਨਾ, ਦੁਨੀਆ ਯਾਦ ਰੱਖਦੀ ਹੈ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਉਤਰ ਦੇ, ਜਿਹੜੇ ਹੰਕਾਰ ਕਰੇਗਾ ਨਾ ਫਿਰ ਕੀ ਹੋਣਾ? ਕਰਹਿ ਗੁਮਾਨ ਚੁਬੈ ਤਿਸ ਸੂਲਾਂ ਕੋ ਕੱਢਨ ਕੋ ਨਹੀਂ। ਜੇ ਗੁਮਾਨ ਕਰੇਗਾ, ਇੱਕ ਹੰਕਾਰ ਦੀ ਸੂਲ ਪਤਾ ਇੰਨੀ ਤੰਗ ਕਰਦੀ ਹੈ, ਫਿਰ ਚੁਭਦੀ ਆ, ਜਿਉਂ ਚੱਲੇ ਚੁਬੈ ਦੁੱਖ ਪਾਵੇ। ਜਮਕਾਲ ਸਹਿ ਸਿਰ ਡੰਡਾ, ਜਿਹਦੇ ਅੰਦਰ ਹਉਮੈ ਦੀ ਸੂਲ ਲੱਗ ਗਈ, ਹੁਣ ਕੰਡਾ ਪੈਰ 'ਚ ਵੱਜਿਆ ਹੋਵੇ, ਤੁਰਨਾ ਕਿੰਨਾ ਔਖਾ ਲੱਗ, ਜਿਵੇਂ ਤੁਰਦੇ ਹੋ ਚੁਭਦਾ, ਤਕਲੀਫ ਦਿੰਦਾ। ਜਿਹਦੇ ਅੰਦਰ ਹੰਕਾਰ ਦਾ ਕੰਡਾ ਲੱਗ ਗਿਆ, ਕਿੰਨੀ ਤਕਲੀਫ ਦਿੰਦਾ ਹੋਏਗਾ। ਜਿਉਂ ਚੱਲੇ, ਫਿਰ ਜਿਵੇਂ ਤੂੰ ਤੁਰਨਾ ਨਾ, ਦੁਨੀਆ ਭਾਵੇਂ ਧਰਮ ਦੀ ਦੁਨੀਆ 'ਚ ਤੁਰ, ਜੇ ਹੰਕਾਰ ਦਾ ਕੰਡਾ ਅੰਦਰ ਹੈ, ਤਕਲੀਫ ਤਾਂ ਉਹ ਦੇਗਾ ਹੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਜੇ ਕੰਡੇ ਤੋਂ ਡਰ ਲੱਗਦਾ ਫਿਰ ਹੰਕਾਰ ਛੱਡ ਦੇ, ਫਿਰ ਹੰਕਾਰ ਛੱਡ ਦੇ, ਚੰਗਾ ਰਹੇਗਾ, ਤੇਰੀ ਰੱਬ ਨਾਲ ਸਾਂਝ ਬਣ ਜਾਏਗੀ। ਅਗਲੇ ਬਚਨ ਨੇ, ਜੋਰ ਨਾ ਰਾਜ ਮਾਲ ਮਨ ਸੋਰ। ਜਿਹੜਾ ਰਾਜ ਤੇ ਮਾਲ ਹੈ ਨਾ, ਜਿਹੜਾ ਹਕੂਮਤ ਕਰਨੀ, ਮਾਲ ਧਨ ਮੇਰੇ ਕੋਲ ਹੋਵੇ, ਇਹਦਾ ਜਿਹੜਾ ਸ਼ੋਰ ਤੇਰੇ ਮਨ ਵਿੱਚ ਪੈ ਰਿਹਾ,
मैं राजा भी होवां, बादशाह भी होवां, धन माल असवाब भी मेरे कोल होवे, कोई कमी ना होवे। मन विच इहदा बहुत ज़्यादा रौला। किसे कोल कदे बैठ जाना, किसे वड्डे बंदे कोल बैठ के वेखियो, वध तो वध 5 नहीं 10-15 मिनटां दे विच ओह सारी पटारी अपनी खोल देगा, मैं हाँ की। जे किते सेवादारां ने उन्होंने कह दिता ना जी थोड़ा लाइन 'च खड़ जाओ, लाइन वाइज, फिर वो दसदा भी मैं कौन आ, मैनू लाइन 'च किवें कह दिता खड़न लई। वो गुरु घर आके भी वखरा ही सब कुछ भालदा, क्योंकि अंदर शोर बहुत, वो टिकट नहीं दे रहा। वो बंदा सोचदा भी इत्थे भी मैं सारा कुछ खरीद सकदा, कोई वड्डी गल नहीं, पर गोबिंद भाओ भग ये भाई रब इवें नहीं खरीदिया जांदा, इहनूं शरधा वाले प्रेम वाले रब नूं खरीददे आ। तू भगतां के वस भगतां ताण तेरा। रब किसे दे वस नहीं आउंदा, सारी दुनिया रब दे वस च है, रब भगतां दे वस च है। क्यों? क्योंकि भगत उहदे जोर ते बैठा है, भगत उहदे प्रेम च बैठा है। भगत कोले वो दौलत की है? रब दा प्यार ही तो है, उहदे कोले इस तो वड्डी दौलत ही कोई नहीं। जिनका पल्ले तू वसै ते नर गुणीगी, जिहदे पल्ले रब दा नाम, रब परमात्मा भाग ठड़े हर संत तुम्हारे, जिन घर धन हर नामा। भाग वड्डे क्यों ने संत दे भगत दे? क्योंकि ओहदे घर विच हरी नाम दा धन है। और उस धन की ताकत यह आ कि वह पता ही नहीं किन्नियां कदा भला कर जाए। तिनकी बरकत खाहे असंख करोड़े, उस नाम की बरकत है भी अणगिणत लोग उस बरकत नूं खा सकते, मुकदी नहीं। अज तुसीं राड़ा साहब जाके वेखो, वो बरकत अज भी नहीं मुक्की, उवें चल रही है। नानकसर जाके वेखो, बरकत अज भी उवें वरत रही है। हरखोवाल जाके वेखो, बरकत अज भी। इत्थे भी हुण सिंह शहीद बाबा जी की बरकत तुसीं वेख ही रहे हो। इत्थे प्रतੱਖ नूं प्रमाण की लोड़ ही नहीं। कित्थों आ रहा, किधर जा रहा, कोई है तोड़ा, कोई है अंत किसी गल दा। इत्थे दानी सज्जण दान भी इस तरीके नाल सेवा करके जाते भी साडा पता ही ना लग जाए किसी नूं। गड्डियां भी लोग एवें खड़ा जाते आ, पता ही नहीं कौन छड्ड गया। हुण की इन्हां चीज़ां दा अंत लभोगे? ये बरकतां ने, ये बंदगी दियां, ये उस कमाई दियां बरकतां ने जिथे परमात्मा आप वरत रहा। तो सतगुरु पातशाह कहंदे जिन्ना चिर हंकार दियां गल्लां वो ना करे ते उन्हों चैन नहीं आउंदा। जिहदे कोल कुछ होवे, पर जिहदे कोले परमात्मा दी बख्शिश होवे, उन्हों ज़्यादातर तुसीं परमात्मा दी याद विच चुप बैठे नूं वेखोगे। वो ढंडोरा नहीं पिटदा भी लोग मेरे पिछे पिछे आउण, मैं दुनिया नूं दस्सां मेरे कोले की ताकत है। वो तो रंग हसे रंग रोवे, चुप भी कर जाए, परवाह ना ही किसे करी, बाज सच्चे ना, उन्होंने किसी की परवाह नहीं। जेड़ा तेरे अंदर शोर पिया होया ना, ये भी हंकार दा ही है। बस हंकार नूं कढ दे, शांत हो जाएगा। फिर की कवेंगा कबीर मेरा मुझ में किछ नहीं, जो किछ है सो तेरा। जदों कोई चीज़ सानू संभाल देवे ते उन्होंने वापस करोगे, फिर हंकार थोड़ा सी करांगे, क्योंकि चीज़ किसी ने संभाली सी, उन्होंने वापस लेना है, काहदा हंकार। तो सतगुरु पातशाह ने सारा कुछ सानू संभालिया ते असी फिर उन्होंने सौंपना। एक बचन तुहानू याद है, जा तू मेरे वल है ता क्या मोए शंता, तुद सब कुछ मैनू सौंपिया। जा तेरा बंदा, हुण सारा कुछ उन्हें सौंपिया, असी संभालिया ते अज वो वापस लैण आया ते उन्हां अखां नाल वापस करना चाहिए। इत्थे इंसान जोर लाउंदा भी किवें ना किवें बच जावां, पैसे का जोर, बड़े तरह के जोर लाउंदा, डॉक्टरां नूं सराणे खड़ा दिंदा है, पर अखीर ते वक्त इहो जिहा आंदा, डॉक्टर कहंदा जी रब अगे अरदास करो। इस तो अगे साइंस के हथ खड़े आ। ये निरंकार का जोर है। तो सतगुरु पातशाह कह रहा, तुसी सब कुछ जिहड़ा ये मैनू सौंपिया संभाल दिता, खा खर्च बाकी मैनू मोड़ दवी। जदों तू मैनू सौंपिया कोई बोर्ड नहीं लाया। वड्डी गल की हुई? सौंप ने सारा कुछ दिता, रब ने कोई बोर्ड थोड़ा लवाया। किसी के घर च रब ने बोर्ड लवाया तो दसो? जिड्डी वड्डी मर्जी कोठी कार गड्डी तुहानू कुछ दिता, कोई ने बोर्ड लवाया, पर बंदा 51,000 दे के कहंदा बोर्ड ते नाम मेरा वड्डा करके लिखो। ओदियां दातां जदों ओनू दसवंध देण माया सफली करन वास्ते गया, कहंदा बोर्ड ते नाम वड्डा करके लिखो, स्टेज तो नाम अनाउंस वखरा मेरे लिए, उत्थे सरपाओ दा जिहड़ा है ओ दसो दुनिया नूं भी इहने आ सेवा कीती आ। रब ने किसी दे घरे कोई बोर्ड नहीं लाया, वो किसी को नहीं कुछ दसदा। तो सतगुरु पातशाह कहंदे आ, ये तेरे जोर नाल जिहड़ा अंदरला शोर खत्म नहीं होना। जिहड़े कहंदे साडा मन नहीं लगदा, वो सुनियो, कलगीधर पातशाह ने परमात्मा तेरियां दातां सी, सुनियो। जिहड़े कहंदे आ ध्यान नहीं लग रहा, अंदर इहो जिहा शोर पै रिहा, गुरु गोबिंद सिंह साहब पातशाह नूं 4 पुत परमात्मा दी ओह दात समझ रहे आ। 2 पुत अखां सामने शहीद होए, सारे सिख देख रहे आ भी शायद कोई अख च हंझू आवे, कोई रब नूं उलामा निकले,
कोई शिकवे दे बोल, कोई इदां दी गल। पर गुरु गोबिंद सिंह पातशाह ने हाथ जोड़ के पहला जकारा छड्डिया, फिर हाथ जोड़ के क्या, पराई ईमान क्यों रखी है, दित्ती हूँ सुख होए, परमात्मा तेरी दात सी, तेरा दिया तुझे क्या अर्प, तेरियां दातां अज मैं तेनू सौंप दित्तियां, जिवें मैं लईयां उवें तेनू मोड़ दित्तियां। सतगुरु पातशाह ने सब कुछ करके सिखाया। इत्थे दा बंदा इट्टां दा नींह पत्थर रख के, 4 इट्टां नींह दे विच रख के कहंदा मेरे नां दा बोर्ड ला दिओ। पहलां बोर्ड बनदा है, पत्थर बनदा है, फिर अगले दिन वो नींह पत्थर रखना आउंदा है, और वो नींह पत्थर दे विच, नींह दे विच इट्टां ही रखदा ना 4। वो कहना मेरा पत्थर लाओ। वाह वाह गुरु गोबिंद सिंह पातशाह, तू नीहां विच, सिक्की दियां नीहां विच इट्टां नहीं रखाइयां, तू नीहां सिक्की दियां नीहां विच अपने पुत्तां दियां हड्डियां लाइयां, किते नहीं कहा पहलां बोर्ड लाओ। तू सिक्की दियां नीहां विच अपने 2 पुत्त ला दिते, उन्हां दे सिर ला दिते, उन्हां दियां हड्डियां ला दित्तियां, लोग इट्टां ला के बोर्ड लवा लैंदे आ। तू अपने बच्चियां नूं सिक्की दियां नीहां विच ला के भी नहीं कहा उन्हां दा बोर्ड लाओ किते। तो सतगुरु पातशाह ने यह सारा कुछ साढ़े सामने एक प्रैक्टिकल ज्यों के दिखाया। तो महाराज साहब कहते हैं भाई ये जड़ा कि है ना, अज वेख किन्ना अंदर तेरे अंदर राज माल दा शोर है, ये तेरे कीतियां खत्म नहीं होना। जे है तो इनू रब दी दात समझ लै, कि उस परमात्मा ने दातां दित्तियां ने। अपना जोर छड्ड निरंकार दे जोर ते ज्यों, ताकि तेनू रब दे घर दियां पौड़ियां चढ़दियां हंकार किसी गल दा ना होवे, तू पहुँच जाए, मंजिल ते चलिया जाए। किते ना होवे दो पौड़ियां नाम सिमरन परमात्मा दी बंदगी तेनू 2 पौड़ियां उच्चा चकेगी, हंकार 2 पौड़ियां थल्ले लैएगा। किते ना होवे सारी जिंदगी उठ के बैठ के होई जावे, 2 पौड़ियां तां चढ़े, 2 फिर थल्ले, 2 पर जावे, 2 मंजिल तो मिलनी नहीं। गल असीं मंजिल ते पहुंचना है। जोर ना सुरती ज्ञान विचार, तेरे जोर दे नाल तेरी सुरती दा टिका नहीं बनना। कुछ चीज़ां वो ने जिहड़ियां बाहर ने, जिवें 9 द्वारे प्रगट किए, ये बाहर ने। सुरत साडे अंदर है। साहब कहते मेरी चेली सुरत ने बनना, शब्द गुरु सुरत धुन चेला, सुरत दी धुनी उन्हें चेला बनना है। तो महाराज कहते तू ये अपने जोर नाल नहीं बना सकता। गुरु अगे अरदास करके बैठ। जोगी शराब पींदे आ, महाराज कहते क्यों पी रहे हो, कहते सुरत डिग जाती है। महाराज कहते ये सुरत तुहाडी कोई शब्द करके नहीं, तो शराब का जिन्ना चिर नशा रहिंदा तुहानू लगदा भी सुरत डिगी आ, जिवें वो नशा उतरदा तुहाडा फिर उही हाल। शराब मैं भी पीना, गुरु नानक साहब कहते मैं भी पीना, पर तुहाडे वर्गे नहीं। गुड़ कर ज्ञान ध्यान करता वै, कर करनी कसपाई है। तो सतगुरु पातशाह कहते जेड़ी शराब मैं पीना, पाठी पवन प्रेम का पोचा, इत रस अम्यों चुआइया, बाबा मन मत वारो ने नाम रस पीवै। जेड़ा रस, जेड़ा नशा मैं करदा, सहज रंग रस रहा, ये मेरा सहज दे विच उस नाम रंग दा जेड़ा नशा है। तुहाडे नशे दा शाम नू करो, सवेर नू उतर जांदे आ। जेड़ा नशा मैं करदा, ये एक बार चढ़ जाए ता जिंदगी उतरदा ही नहीं। ये है सुरत का टिका। जिवें तुसीं टिकाउने में नहीं सुरतां टिकदियां। तो सतगुरु पातशाह ने उन्होंने कहा ये तुहाडे मन का जिहड़ा हंकार, तुहाडी तरह मैं गुफा च बैठ के आसन नहीं लाउंदा। मैं तो ये जग सच्चे की है कोठड़ी, सारे संसार विचों रब नूं वेख रिहा। मैं किरत करना, मेरा सिद्धांत की है, हाथ पाँव कर काम सब चीत निरंजन। जे असीं सारी गुफा च बढ़ के बैठ के रब नूं पाउण लई घर परिवार समाज संसार किहो जिहा होएगा। फिर तो जेड़ा गुफा च बैठेगा रब उसे नूं मिलेगा, फिर जेड़ा शराब पी के सुरती टकाएगा उसे नूं रब मिलेगा। सतगुरु पातशाह कहते हैं नहीं भाई, ये जेड़ा रब दे घर नूं परमात्मा नूं मिलना चाहना ना, चलो दुनिया का ज्ञान इकट्ठा करे, चाहिए सारा कुछ तेरे कोल होवे, पर परमात्मा दा हर जगह सर्वव्यापक है। उन्होंने हर जगह वेख, हर जगह मान, हर जगह एहसास कर। और घर बैठिया जोग पाई है, घर बैठ के भी उन्होंने मिलिया जा सकता, किसी गुफा च बैठ के नहीं। उहदा तो तेनों हंकार हो जाएगा ना भी मैं घर छड्ड के देखो कित्थे बैठा। इस गल का भी हंकार, सूक्ष्म हौमे बड़ी सूक्ष्म होके आ जाती है, जिहड़ी रब दे नेड़े नहीं जाण दिंदी। तो महाराज कहंदे आ कोई सुरत नहीं जोड़ सकता, ज्ञान का इकट्ठा कर लिया पर ज्ञान नाल हंकार आ जाता। कोई हज़ारां चों करोड़ां चों विरला ही होएगा जिहदे कोले ज्ञान होवे, हंकार ना होवे। नहीं, जिहदे कोले थोड़ा जिहा भी ज्ञान आ ना, उहनूं सुनना बहुत औखा है। वो 10-20-25 मिनट तो बाद बोल ही पेगा भी, हाँ तो मैनू भी पता है, सुनना बहुत औखा है। तो सतगुरु कह रहे हैं ज्ञान दे जोर नाल नहीं सुरत ने जुड़ना, क्योंकि हंकार है। जे ज्ञान लैके गुरु याद होया तो निमरता
सतगुरु कहते फिर निमरता होएगी। निमरता वाले परमात्मा दे घर जेड़े पहुँचते हैं, निमरता एक वड्डा गुण है, निमरता एक वड्डा साधन है जिहड़ी रब दे घर जाण लई बड़ी साडी मदद करदी है। जेड़े निमरता विच गुरु कोलों ज्ञान लैंदे आ, वो तां अरदास ये करदे आ, ज्ञान ध्यान किछ कर्म ना जाना, नाहे ना निर्मल करनी, साध संगत कै अंचल लावो, बिखम नदी जाए तरनी। ज्ञान दा भी हंकार हो जांदा जेड़े अपने आप आ जाए, सुरती ज्ञान विचार जेड़े तेरे अंदर फुरने पैदा हो रहे ने, शेख चिल्ली वर्गे ने। शेख चिल्ली सारे अंदर ही बैठा है, ये फुरने टिकन नहीं दे रहे। शेख चिल्ली की होया ना, उन्होंने एक दिन किसी अमीर बंदे ने घ्यो का घड़ा चका दिता, देसी घ्यो भी फलानी थां ते छड्ड गया, तेनों पैसे मिल जाणगे। शेख चिल्ली तुरिया जा रहा, सिर ते घड़ा चुक्या, मन च ख्याल आया अज पैसे मिलने आ, इहदे नाल मैं अंडे खरीदने, आंडियां चों मुर्गी दे बच्चे पैदा होणगे, फिर उहदे चों होर बच्चे, ते इन्ना वड्डा मैं एक मुर्गी फार्म बना लेना, फिर मैं विआह करावांगा, घर वाली आएगी, बच्चे होणगे, कदे कदे मैं घर वाली नाल रुस्सिया भी करांगा, वो जदों मैनूं मनाया करेगी रोटी खा लो, मैं फिर सिर हिला देना भी नहीं खानी। जदों सिर हिलाया घ्यो दा घड़ा डुल गया, ते वो मालिक कहंदा भी आ तू मेरा नुकसान इन्ना वड्डा कर दिता, घ्यो दा घड़ा ही रोड़ दिता। कहंदा तेरा तां घ्यो दा घड़ा ही रुड़ गया, मेरा सारा परिवार ही रुड़ गया। आ शेख चिल्ली दी कहानी सारियां दे मन च पता नहीं अंदर की कुछ चल रहा है। ते जदों सुपना टुटदा, जदों सिर हिलाउंदा भी आ नहीं मैनूं चाहीदा, जिवें किसी दा ना एक विआह नहीं सी हुंदा, वो बेचारा खूह दी मन ते जाके सुत्ता, सुपने च विआह हो गया, बच्चे आ गए, 3-4 जवाक, छोटा बच्चा कहता बापू इधर नूं हो, मैं नाल पैना। वो जो सारे जिद करन, जो परे नूं होया, खूह च डिग पिया। हुण रौला पा रहा, मैनूं कोई खूह चों कड्डो। हुण किसे तुरे जांदे ने पुछया तैनूं डोबिया किने? कहंदा लोकां नूं जम्मे डोबदे, मैनूं अणजम्मे डोब गए। इहो जे विचार बंदे अंदर जदों चल रहे आ, महाराज साहब कहंदे रब दे नेड़े नहीं जाण दिंदे, परमात्मा दे नेड़े नहीं जाण दिंदे। जदों गुरु कोलों ज्ञान लैके विचार पैदा करेगा, वो निर्मल विचार होणगे। मन तन निर्मल करत क्यारो, हर सिंचै सदा संजोर। अपने मन तन का जिहड़ा एक क्यारा ना, इनू निर्मल कर, सेवा करके सिमरन करके, फिर इहदे विच नाम अमृत सिंचिया जाएगा। इहदे विचों फिर चंगे जिहड़े विचार पैदा होणगे। तेरे हंकार दे जोर नाल चंगे विचार नहीं आउणे। जोर ना जुगती छुटे संसार, तू अपने हंकार दे जोर नाल संसार नू छड्ड के कि मैं चला जावांगा, इस संसार नू छड्ड के चला जावांगा, अपने जोर नाल इह भी नहीं हो सकता। ये सारा कुछ रब दे हथ विच है। तो महाराज साहब कहते पर तेरे जोर, तेरे अंदर भी एक संसार है, उन्होंने किवें छड्डेगा? बाहरला संसार तो तू छड्ड दिता, एक तेरे अंदर भी संसार बनया, उन्होंने किवें छड्डेगा? हाथ कमंडल कापड़िया ले तृष्णा उपजी भारी, स्त्री तज कर ना काम व्याप्या, चित लाया पर नारी, देश छोड़ पर देश धाया, पंच विकार पंच चंडाल नाले ले आया, देश तो छड्डिया पर जिन्हां ने अंदरों छड्डना सी, हले भी नाल ही फिरदे आ। हाथ च कमंडल फड़ के जोगियां वाला वेश कर लिया, एक संसार छड्ड के है, लेकिन अंदर हले संसार चल रहा, वो नहीं बनया। ताई जब भाई मंझ नूं कहा सी गुरु अर्जन साहब ने, बाहरों तो कबरां ढाया या जिहड़ी अंदर बनी वो भी ढा, कबर तेरे अंदर भी बनी हुई है। एक अंदर विचारधारा की कबर, उन्होंने भी ढा, फिर सिक्खी ने टिकना। जे तू सोचे संसार छड्ड दियांगा, छड्डना पिया तां पातशाह कहंदे इवें छड्डिया जाण। ए मन मेरिया तू सदा रहो हर नाले, हर नाल रहो तू मन मेरे, दुख सब विसरना। ए मन मेरिया तू सदा सच संभाले, ए कटंब तू जे देखदा, चलै नाही तेरे नाले, साथ तेरा चलै नाही, तिस नाल क्यों चितलाई है, ਉਹਦੇ ਨਾਲ क्यों चित ला रहा, ਜਿਹੜਾ नाल नहीं तुरना। ते गुरु कोल आ, गुरु तेनू दस देगा कि सदा सच संभाले भाई, सच संभाल, ਜਿਹੜਾ तेरे नाल निवेगा। तो महाराज साहब कहते ने जिस हाथ जोर कर वेखे सोए, कोई हंकार दा जोर करके वेख ले कि जिन्नियां गल्लां उपर सतगुरु कहते मैं दसियां ने, ये सारियां कोई अपने जोर नाल करके विखावे। मैं कल भी बेनती करी, रब दा नियम है कि किडनियां निकल जान, हार्ट तेरे अंदरों कट दिता जाए, तेरी मौत होएगी। ये रब का एक नियम, एक साइंस का भी नियम है। कोई बंदा अपने जोर नाल बिना किडनियां हार्ट तो जिउं के विखावे नहीं हुंदा, क्योंकि इत्थे हथ विच कुछ नहीं ना। बंदा बंदे दे हथ विच होवे तां फिर सूरज नूं भी अपनी मर्जी नाल, अज कवे घंटा लेट चढ़ी, अज कवे घंटा पहला चढ़ी, शाम नूं घंटा पहला छिप जाई, शाम नूं 2 घंटे होर लेट छिपी फिरदा। ये साडे वस विच होए ना, पर ये साडे वस विच नहीं। बंदा चाहे जदों मीह मर्जी पवा ले, जदों मर्जी चाहे धुप कढ़ा ले, तो बाहरले देशों च लोग कर रहे हैं जा कुछ, पर जदों बेवस हो जाते फिर उन्होंने कहना पैंदा सॉरी मदर नेचर ने अपना सुभाव बदल लिया।
ਹਫਤੇ ਦਾ ਉਹ ਦੱਸ ਦਿੰਦੇ ਆ ਮੌਸਮ ਦਾ ਵੀ ਕੀ ਕੁਝ ਹੋਣਾ ਹੈ, ਪਰ ਜਦੋਂ ਗੱਲ ਉਹਨਾਂ ਨੂੰ ਲੱਗੇ ਵੀ ਨਹੀਂ ਸਾਡੀ ਸਮਝ ਆ ਰਹੀ, ਫਿਰ ਉਹ ਕਹਿੰਦੇ ਆ ਸੌਰੀ ਮਦਰ ਨੇਚਰ ਨੇ ਆਪਣਾ ਸੁਭਾਅ। ਮਦਰ ਨੇਚਰ ਕੌਣ ਹੈ? ਪਰਮਾਤਮਾ। ਹੁਣ ਉੱਥੇ ਜ਼ੋਰ ਨਹੀਂ ਨਾ ਚੱਲ ਰਿਹਾ। ਮਹਾਰਾਜ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਭਾਈ ਜਿਹਦੇ 'ਚ ਜ਼ੋਰ ਹੈ ਆਪਣੇ ਜ਼ੋਰ ਨਾਲ ਆਪਣੇ ਵੱਸ 'ਚ ਕੁਛ ਕਰਕੇ, ਇੰਨੀਆਂ ਗੱਲਾਂ ਮਹਾਰਾਜ ਨੇ ਦੱਸੀਆਂ, ਇਹਨਾਂ 'ਚ ਕੋਈ ਵੀ ਵੱਸ 'ਚ ਕਰਕੇ ਦਿਖਾਵੇ, ਕੁਛ ਨਹੀਂ ਵੱਸ ਵਿੱਚ। ਇਹ ਸਾਰਾ ਕੁਛ ਪਰਮਾਤਮਾ ਦੇ। ਨਾਨਕ ਉਤਮ ਨੀਚ ਨਾ ਕੋਏ, ਉਤਮ ਨੀਚ ਕੋਈ ਨਹੀਂ। ਗੁਰੂ ਸਾਹਿਬ ਨੇ ਉੱਥੇ ਬਣਾਉਣ ਵੇਲਿਆਂ ਇਹ ਨਹੀਂ ਕਿਹਾ ਵੀ ਆ ਉੱਤਮ ਹੈ ਆ ਨੀਚ ਹੈ, ਕਿਸੇ ਤੇ ਮੋਹਰ ਨਹੀਂ ਲਾਈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ। ਗੁਰੂ ਸਾਹਿਬ ਨੇ ਨਹੀਂ ਕਿਹਾ ਹਿੰਦੂ ਚੰਗਾ ਮੁਸਲਮਾਨ ਚੰਗਾ ਹੈ, ਕੋਈ ਸਿੱਖ ਚੰਗਾ ਫਲਾਨਾ ਮਾੜਾ ਉਹ ਮਾੜਾ, ਨਹੀਂ। ਉੱਤਮ ਨੀਚ ਕਿਸੇ ਨੂੰ ਨਹੀਂ ਬਣਾਇਆ, ਸਾਰਿਆਂ ਨੂੰ ਇੱਕੋ ਜਿਹਾ ਆਪਣੀ ਅੰਸ਼ ਵੰਸ਼ ਬਣਾ ਕੇ ਭੇਜਿਆ। ਹੁਣ ਉੱਤਮ ਨੀਚ ਬਣਨਾ ਕਿਵੇਂ ਹੈ? ਮੈਂ ਪਿੱਛੇ ਬੇਨਤੀ ਕਰਕੇ ਆਇਆ, ਜਿਹਨੂੰ ਸਾਰੀਆਂ ਗੱਲਾਂ ਤੇ ਜਦੋਂ ਲੱਗੇਗਾ ਮੇਰਾ ਜ਼ੋਰ ਹੈ ਉਦੋਂ ਉਹ ਨੀਚ ਬਣ ਜਾਏਗਾ। ਜਦੋਂ ਉਹਨੂੰ ਲੱਗੇਗਾ ਨਹੀਂ ਇਹ ਸਾਰਾ ਕੁਝ ਰੱਬ ਦਾ ਹੀ ਜ਼ੋਰ ਹੈ, ਉਦੋਂ ਉੱਤਮ ਬਣ ਜਾਏਗਾ। ਇੰਨੀ ਕਹਾਣੀ ਹੈ। ਜਿਹਨੇ ਸਾਰਾ ਜ਼ੋਰ ਆਪਣਾ ਮੰਨ ਲਿਆ, ਹੰਕਾਰ ਨੂੰ ਆਪਣਾ ਮੰਨ ਲਿਆ, ਹੰਕਾਰ ਦੇ ਜ਼ੋਰ ਨੂੰ ਆਪਣਾ ਮੰਨ ਲਿਆ, ਉਹ ਨੀਚ ਹੈ। ਜਿਹਨੇ ਰੱਬ ਦੇ ਜ਼ੋਰ ਨੂੰ ਮੰਨ ਲਿਆ ਵੀ ਸਾਰਾ ਕੁਝ ਉਸ ਪਰਮਾਤਮਾ ਦੇ ਵਸ ਵਿੱਚ ਹੈ, ਉਹ ਉੱਤਮ ਹੋ ਜਾਏਗਾ। ਮਹਾਰਾਜ ਕਹਿੰਦੇ ਤੂੰ ਜ਼ੋਰ ਆਪਣਾ ਦਿਖਾਉਣ ਵਾਲਿਆ, ਤੇਰੀ ਪਾਇਆ ਪਤਾ ਕੀ ਹੈ? ਸੋ ਪ੍ਰਭ ਚਿਤ ਨਾ ਆਵੇ ਬਿਸਟਾਂ ਕੇ ਕੀੜੇ, ਜਿਹਦੇ ਅੰਦਰ ਰੱਬੀ ਯਾਦ ਨਹੀਂ, ਬਿਸਟਾ ਦਾ ਕੀੜਾ ਹੈ ਉਹ। ਦੁਨੀਆ ਦਾ ਅਮੀਰ ਬੇਸ਼ੱਕ ਹੋਵੇ, ਜੇ ਚਿੱਤ ਵਿੱਚ ਰੱਬ ਨਹੀਂ ਤਾਂ ਮਹਾਰਾਜ ਕਹਿੰਦੇ ਉੱਤਮ ਕੌਣ ਹੈ? ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਉਹ ਉੱਤਮ ਹੈ। ਰੱਬ ਨੇ ਜਾਣਨਾ ਕਿ ਉੱਤਮ ਤੇ ਨੀਚ ਕੌਣ ਹੈ। ਹੰਕਾਰ ਹੋਇਆ ਨੀਚ ਹੋਏਗਾ, ਨਿਰੰਕਾਰ ਨਾਲ ਤੇਰੀ ਸਾਂਝ ਬਣੀ ਤਾਂ ਉੱਤਮ ਬਣ ਜਾਏਗਾ। ਅੱਜ ਇਹ ਫੈਸਲਾ ਆਪ ਕਰ ਲਿਓ, ਅਸੀਂ ਉੱਤਮ ਬਣਨਾ ਜਾਂ ਅਸੀਂ ਨੀਚ ਬਣਨਾ। ਰੱਬ ਨੇ ਮੋਹਰ ਕਿਸੇ ਤੇ ਨਹੀਂ ਇਦਾਂ ਦੀ ਲਾ ਕੇ ਭੇਜਿਆ ਉੱਤਮ ਤੇ ਨੀਚ। ਕਰਮਾਂ ਕਰਕੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਤਿਗੁਰੂ ਕਿਰਪਾ ਕਰਨ ਅਰਦਾਸ ਹੈ ਸਾਰੇ ਉੱਤਮ ਬਣੋ, ਸਾਰਿਆਂ ਦੀ ਨਿਰੰਕਾਰ ਨਾਲ ਸਾਂਝ ਬਣੇ, ਨਿਰੰਕਾਰ ਤੇ ਭਰੋਸਾ ਬਣੇ, ਨਿਰੰਕਾਰ ਦੇ ਜ਼ੋਰ ਤੇ ਅਸੀਂ ਜੋਈਏ। ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਰੱਬ ਤੇ ਹੀ ਮਾਣ, ਰੱਬ ਦੇ ਜ਼ੋਰ ਤੇ ਹੀ ਅਸੀਂ ਤੁਰੀਏ ਤੇ ਉੱਤਮ ਵੀ ਬਣਾਂਗੇ ਤੇ ਸਾਰੀਆਂ ਗੱਲਾਂ 'ਚ ਸਫਲ ਹੋ ਜਾਾਂਗੇ। ਵੱਡੀ ਗੱਲ ਇਹ ਹੋਏਗੀ ਰੱਬ ਦੇ ਰਾਹ ਨੂੰ ਜਾਂਦੀਆਂ ਪੌੜੀਆਂ ਚੜ੍ਹਦੇ ਚੜ੍ਹਦੇ ਅਸੀਂ ਰੱਬ ਦੇ ਘਰ ਪਹੁੰਚ ਜਾਏ, ਕਿਉਂਕਿ ਪੌੜੀਆਂ ਲਈ ਜ਼ੋਰ ਚਾਹੀਦਾ, ਜ਼ੋਰ ਉਹਦਾ ਚਾਹੀਦਾ। ਆਪਣੀ ਮੱਤ ਛੱਡ ਕੇ ਤੁਰੀਏ। ਸਤਿਗੁਰੂ ਕਿਰਪਾ ਕਰਨੇ ਲੋਕ ਸੁਖੀਏ ਪਰਲੋਕ ਸਵੇਲੇ ਨਾਨਕ ਕਰ ਪ੍ਰਭ। ਆਪੇ ਮੇਲੇ ਦੇ ਭਾਗੀ ਬਣਾਂਗੇ। ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ। ਸਾਹਿਬ ਸਿਓ ਮੇਲ ਆਓ ਸਾਰੀ ਸੰਗਤ ਰਲ ਮਿਲ ਕੇ ਬੁਲੰਦ ਆਵਾਜ਼ ਵਿੱਚ ਆਨੰਦ ਸਾਹਿਬ ਦੀ